ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 5 ਮਈ ਹੈ ਤੇ ਦਿਨ ਬੁੱਧਵਾਰ ਹੈ। ਅੱਜ ਪੰਜਾਬ ਦੇ ਵਿੱਚ ਦੁਕਾਨਦਾਰਾਂ ਨੂੰ ਕੁਝ ਪਾਬੰਦੀਆਂ ਤੋਂ ਛੋਟ ਦੇ ਦਿੱਤੀ ਗਈ ਹੈ। ਪਾਬੰਦੀਆਂ ਖਿਲਾਫ ਦੁਕਾਨਦਾਰਾਂ ਦਾ ਪੂਰੇ ਪੰਜਾਬ ਦੇ ਵਿੱਚ ਰੋਹ ਭਖਿਆ। ਦੁਕਾਨਦਾਰਾਂ ਨੇ ਸਰਕਾਰ ਖਿਲਾਫ ਰੋਸ ਮੁਜ਼ਾਹਰੇ ਕੀਤੇ ਤਾਂ ਕੈਪਟਨ ਸਰਕਾਰ ਨੇ ਫੈਸਲਾ ਵਾਪਸ ਲੈ ਲਿਆ। ਹੁਣ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸ਼ਾਮ 5 ਵਜੇ ਤੱਕ ਸਾਰੀਆਂ ਦੁਕਾਨਾਂ ਖੋਲੀਆਂ ਜਾ ਸਕਦੀਆਂ ਨੇ। दारू ਦੇ ਠੇਕਿਆਂ ਨੂੰ ਵੀ ਛੋਟ ਦੇ ਦਿੱਤੀ ਗਈ ਹੈ ਤੇ ਸਾਈਕਲ ਸਵਾਰ ਨੇ ਜਿਹੜੇ ਉਹ ਵੀ ਆ ਜਾ ਸਕਣਗੇ। ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਤੋਂ ਆਕਸੀਜਨ ਦੀ ਵਾਧੂ ਸਪਲਾਈ ਮੰਗੀ ਹੈ। ਕੈਪਟਨ ਨੇ ਦੱਸਿਆ ਕਿ ਪੰਜਾਬ ਦੇ ਵਿੱਚ ਇਸ ਵਕਤ 10,000 ਮਰੀਜ਼ ਆਕਸੀਜਨ ਦੇ ਸਹਾਰੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਕੈਪਟਨ ਨੇ ਚਿੱਠੀ ਲਿਖੀ ਹੈ। ਇਸ ਦੇ ਨਾਲ ਹੀ ਸੂਬੇ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਟੀਕਾ ਕੱਟਣ ਦੀ ਵੀ ਜਾਣਕਾਰੀ ਦਿੱਤੀ ਹੈ। ਇਸ ਬਾਰੇ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ। ਕਿਸਾਨ ਲੀਡਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਖੇਤੀ ਕਾਨੂੰਨ ਰੱਦ ਨਾ ਕੀਤੇ ਤਾਂ ਬੀਜੇਪੀ ਹੋਰ ਨੁਕਸਾਨ ਝੱਲੇਗੀ। ਦੇਸ਼ ਦੇ ਭਲੇ ਲਈ ਕੇਂਦਰ ਸਰਕਾਰ ਨੂੰ ਕਿਸਾਨੀ ਮੰਗਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਇਹ ਵੀ ਇਲਜ਼ਾਮ ਲਾਇਆ ਕਿ ਦਿੱਲੀ ਸਰਕਾਰ ਬੈਰੀਕੇਡਿੰਗ ਨਹੀਂ ਖੋਲ ਰਹੀ, ਜਦਕਿ ਅਸੀਂ ਇੱਕ ਰਾਹ ਕਦੋਂ ਦਾ ਖੋਲ ਦਿੱਤਾ ਹੋਇਆ ਤਾਂ ਕਿ ਜਿਹੜੀਆਂ ਸੇਵਾਵਾਂ ਨੇ ਉਹ ਚੰਗੇ ਤਰੀਕੇ ਦੇ ਨਾਲ ਆ ਜਾ ਸਕਣ ਤੇ ਕਰੋਨਾ ਮਰੀਜ਼ਾਂ ਦੇ ਇਲਾਜ ਦੇ ਵਿੱਚ ਕੋਈ ਦਿੱਕਤ ਨਾ ਆਵੇ। ਹਰਿਆਣਾ ਦੇ ਵਿੱਚ ਇੱਕ ਹਫ਼ਤੇ ਦਾ ਲਾਕਡਾਊਨ ਤਾਂ ਪਹਿਲਾਂ ਹੀ ਲੱਗਿਆ ਹੋਇਆ ਤੇ ਹੁਣ ਸਿਹਤ ਮੰਤਰੀ ਅਨਿਲ ਵਿਜ ਨੇ ਇੱਥੇ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਵੀ ਵਾਰੀ ਸਿਰ ਖੋਲਣ ਦਾ ਹੁਕਮ ਦੇ ਦਿੱਤਾ ਹੈ। ਦੱਸਿਆ ਕਿ ਸੂਬੇ ਦੇ ਵਿੱਚ ਦਵਾਈਆਂ ਤੇ ਹੋਰ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਨੂੰ ਰੋਟੇਸ਼ਨ ਦੇ ਨਾਲ ਖੋਲ੍ਹਿਆ ਜਾਵੇ ਤੇ ਪੁਲਿਸ ਇਸ ਨਿਯਮ ਦੀ ਸਖਤੀ ਦੇ ਨਾਲ ਪਾਲਣਾ ਕਰਵਾਵੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 72 ਲੱਖ ਰਾਸ਼ਨ ਕਾਰਡ ਧਾਰਕਾਂ ਨੂੰ ਮੁਫਤ ਰਾਸ਼ਨ ਦੇਣ ਦਾ ਐਲਾਨ ਕੀਤਾ ਹੈ। ਆਟੋ ਤੇ ਟੈਕਸੀ ਚਾਲਕਾਂ ਨੂੰ ਮੁੜ ਵਿੱਤੀ ਸਹਾਇਤਾ ਦੇਣ ਦੇ ਐਲਾਨ ਕੀਤੇ ਨੇ। ਦਿੱਲੀ ਦੇ ਵਿੱਚ ਆਕਸੀਜਨ ਦੀ ਕਿੱਲਤ ਤੇ ਹਾਈਕੋਰਟ ਨੇ ਕੇਂਦਰ ਨੂੰ ਚੇਤਾਵਨੀ ਦਿੱਤੀ ਹੈ ਕਿ ਤੁਸੀਂ ਅੱਖਾਂ ਬੰਦ ਕਰਕੇ ਬੈਠ ਸਕਦੇ ਹੋ ਸ਼ਤਰਮੁਰਗ ਵਾਂਗੂ, ਪਰ ਅਸੀਂ ਅੱਖਾਂ ਬੰਦ ਕਰਕੇ ਨਹੀਂ ਬੈਠ ਸਕਦੇ। ਦਿੱਲੀ ਨੂੰ ਹਰ ਹੀਲੇ 700 ਮੀਟ੍ਰਿਕ ਟਨ ਆਕਸੀਜਨ ਦੀ ਸਪਲਾਈ ਕਰੋ। ਕਿਉਂ ਨਾ ਤੁਹਾਡੇ ਖਿਲਾਫ ਅਦਾਲਤੀ ਮਾਣਹਾਨੀ ਦੀ ਕਾਰਵਾਈ ਕੀਤੀ ਜਾਵੇ, ਕਿਉਂਕਿ ਤੁਹਾਨੂੰ ਅਦਾਲਤ ਨੇ ਸੁਪਰੀਮ ਕੋਰਟ ਨੇ ਵੀ ਕਿਹਾ ਹੋਇਆ ਕਿ ਆਕਸੀਜਨ ਹੈ ਜਿਹੜੀ 700 ਮੀਟ੍ਰਿਕ ਟਨ ਦਿੱਲੀ ਨੂੰ ਦਿੱਤੀ ਜਾਵੇ, ਪਰ ਤੁਹਾਡੇ ਤੇ ਕੋਈ ਅਸਰ ਨਹੀਂ ਹੋਇਆ। ਸ਼ਮਸ਼ਾਨ ਘਾਟ ਅਤੇ ਕਬਰਸਤਾਨਾਂ ਦੇ ਵਿੱਚ ਥੋੜੀ ਥਾਂ ਬਾਰੇ ਵੀ ਹਾਈਕੋਰਟ ਨੇ ਕੇਂਦਰ ਸਰਕਾਰ ਤੇ ਆਮ ਆਦਮੀ ਪਾਰਟੀ ਤੋਂ ਜਵਾਬ ਮੰਗਿਆ। ਕਰੋਨਾ ਕਾਰਨ ਜੇਈ ਮੇਨਸ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ। ਪਹਿਲਾਂ ਅਪ੍ਰੈਲ ਦੇ ਵਿੱਚ ਵੀ ਮੁਲਤਵੀ ਕੀਤੀ ਗਈ ਸੀ। ਹੁਣ ਮਈ ਦੇ ਵਿੱਚ ਹੋਣ ਵਾਲੇ ਪੇਪਰ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਹੈ। ਅਗਲੀ ਤਾਰੀਖ ਕਦੋਂ ਐਲਾਨੀ ਜਾਵੇਗੀ, ਇਸ ਬਾਰੇ ਜਲਦੀ ਕੋਈ ਜਾਣਕਾਰੀ ਦਿੱਤੀ ਜਾ ਸਕਦੀ ਹੈ। ਪੰਜਾਬ ਦੇ ਵਿੱਚ ਵੀ ਦਾਖਲੇ ਨੂੰ ਲੈ ਕੇ ਇੱਕ ਅਹਿਮ ਖਬਰ ਹੈ, ਬੁਲੇਟਿਨ ਦੇ ਵਿਸਤਾਰ ਦੇ ਵਿੱਚ ਤੁਹਾਨੂੰ ਦੱਸਾਂਗੇ। ਕੋਰੋਨਾ ਵਾਇਰਸ ਕਾਰਨ ਆਈਪੀਐਲ ਵੀ ਮੁਲਤਵੀ ਕਰ ਦਿੱਤਾ ਗਿਆ ਹੈ। ਮਈ ਮਹੀਨੇ ਦੇ ਵਿੱਚ ਆਈਪੀਐਲ ਦੁਬਾਰਾ ਨਹੀਂ ਸ਼ੁਰੂ ਹੋ ਸਕਦਾ। ਪੱਛਮੀ ਬੰਗਾਲ ਦੇ ਵਿੱਚ ਚੋਣ ਨਤੀਜਿਆਂ ਤੋਂ ਬਾਅਦ ਹਿੰਸਾ ਦੀਆਂ ਖਬਰਾਂ ਆਈਆਂ। ਟੀਐਮਸੀ ਵਰਕਰ ਦਾ ਚਾਕੂ ਮਾਰ ਕੇ ਕਤਲ ਕਰ ਦਿੱਤੇ ਜਾਣ ਦੀ ਜਾਣਕਾਰੀ ਮਿਲੀ। 3 ਲੋਕ ਜ਼ਖਮੀ ਹੋਏ ਨੇ। ਇਸ ਦੇ ਨਾਲ ਹੀ ਇਹ ਵੀ ਖਬਰਾਂ ਫੈਲੀਆਂ ਕਿ 12 ਲੋਕਾਂ ਦੀ ਮੌਤ ਹੋ ਗਈ ਹੈ, ਅਗਜ਼ਨੀ ਹੋਈ ਹੈ, ਹਿੰਸਾ ਹੋਈ ਹੈ। ਟਵਿੱਟਰ ਦੇ ਉੱਤੇ ਲਗਾਤਾਰ ਜਿਹੜੇ ਤ੍ਰਿਣਮੂਲ ਕਾਂਗਰਸ ਦੇ ਵਿਰੋਧੀ ਲੋਕ ਨੇ ਉਹਨਾਂ ਨੇ ਇੱਕ ਲਹਿਰ ਚਲਾਈ ਹੋਈ ਹੈ ਕਿ ਪੱਛਮੀ ਬੰਗਾਲ ਦੇ ਵਿੱਚ ਹਾਲਾਤ ਬਹੁਤ ਚਿੰਤਾਜਨਕ ਨੇ। ਉਸ ਤੋਂ ਬਾਅਦ ਮਮਤਾ ਬੈਨਰਜੀ ਨੇ ਬੈਠਕ ਵੀ ਕੀਤੀ। ਪੱਛਮੀ ਬੰਗਾਲ ਦੇ ਹਾਲਾਤ ਬਾਰੇ ਪ੍ਰਧਾਨ ਮੰਤਰੀ ਵੀ ਚਿੰਤਤ ਨੇ। ਇਹ ਪੱਛਮੀ ਬੰਗਾਲ ਦੇ ਰਾਜਪਾਲ ਨੇ ਦੱਸਿਆ। ਪੱਛਮੀ ਬੰਗਾਲ ਦੇ ਬਾਰੇ ਬਹੁਤ ਹੀ ਗਲਤ ਤਰੀਕੇ ਦੇ ਨਾਲ ਟਿੱਪਣੀਆਂ ਕਰਨ ਕਰਕੇ ਟਵਿੱਟਰ ਨੇ ਕੰਗਨਾ ਰਣੌਤ ਦਾ ਖਾਤਾ ਪੱਕੇ ਤੌਰ ਉੱਤੇ ਬੰਦ ਕਰ ਦਿੱਤਾ, ਜਿਸ ਤੋਂ ਬਾਅਦ ਕੰਗਨਾ ਰਣੌਤ ਨੇ ਵੀ ਟਿੱਪਣੀ ਦਿੰਦਿਆਂ ਕਿਹਾ ਕਿ ਮੇਰੇ ਕੋਲ ਹੋਰ ਬਥੇਰੇ ਪਲੇਟਫਾਰਮ ਨੇ, ਟਵਿੱਟਰ ਨੇ ਖਾਤਾ ਬੰਦ ਕਰ ਦਿੱਤਾ ਤਾਂ ਕੋਈ ਦਿੱਕਤ ਨਹੀਂ। ਪਟਿਆਲਾ ਦੇ ਵਿੱਚ ਦਿੱਲੀ ਕਟਰਾ ਐਕਸਪ੍ਰੈਸ ਵੇ ਦੇ ਲਈ ਕਿਸਾਨਾਂ ਦੀ ਕੱਲ ਸਰਕਟ ਹਾਊਸ ਦੇ ਵਿੱਚ ਬੈਠਕ ਹੋਣੀ ਸੀ, ਪਰ ਜਦੋਂ ਬੈਠਕ ਕਰਨ ਪਹੁੰਚੇ ਤਾਂ ਦਰਵਾਜ਼ੇ ਬੰਦ ਮਿਲੇ। ਰੋਸ ਵਜੋਂ ਟਰੈਕਟਰਾਂ ਤੇ ਹੀ ਕਿਸਾਨ ਬੈਠੇ ਰਹੇ। ਕਿਸਾਨਾਂ ਨੂੰ ਦੱਸਿਆ ਹੀ ਨਹੀਂ ਗਿਆ ਕਿ ਮੀਟਿੰਗ ਮੁਲਤਵੀ ਕਿਉਂ ਹੋਈ ਹੈ। ਪੰਜਾਬ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਦੇ ਵਿੱਚ ਦੁੱਗਣੇ ਤੋਂ ਵੱਧ ਵਾਧੇ ਦੀ ਸਿਫਾਰਿਸ਼ ਕਰ ਦਿੱਤੀ ਗਈ ਹੈ ਤੇ 1 ਜਨਵਰੀ 2016 ਤੋਂ 6ਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਗਿਆ। ਤਨਖਾਹਾਂ ਤੇ ਪੈਨਸ਼ਨਾਂ ਦੇ ਵਿੱਚ ਔਸਤਨ 20% ਵਾਧੇ ਦਾ ਐਲਾਨ ਕਰ ਦਿੱਤਾ ਗਿਆ ਹੈ। ਇੱਕ ਵੱਡੀ ਰਾਹਤ ਹੈ ਜਿਹੜੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵੱਲੋਂ ਦਿੱਤੀ ਗਈ ਹੈ, ਕਿਉਂਕਿ ਘੱਟੋ ਘੱਟ ਤਨਖਾਹ ਹੁਣ 6,950 ਰੁਪਏ ਤੋਂ ਵਧਾ ਕੇ 18,000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀ। ਪੰਜਾਬ ਦੇ ਵਿੱਚ ਕੱਲ ਸ਼ਾਮ ਮੌਸਮ ਠੰਡਾ ਹੋ ਗਿਆ, ਕਿਉਂਕਿ ਲਗਾਤਾਰ ਬੱਦਲਵਾਈ ਸੀ ਤੇ ਸ਼ਾਮ ਨੂੰ ਹਲਕਾ ਮੀਂਹ ਕਈ ਥਾਵਾਂ ਤੇ ਪਿਆ, ਜਿਸ ਨਾਲ
ਪਾਰਾ ਜਿਹੜਾ ਉਹ ਜ਼ਰੂਰ ਡਿੱਗਿਆ ਹੈ। ਹਾਲਾਂਕਿ ਖਰੀਦ ਕੇਂਦਰਾਂ ਦੇ ਵਿੱਚ 9 ਕਰੋੜ ਬੋਰੀਆਂ ਭੇਜਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਅੰਮ੍ਰਿਤਸਰ ਦੇ ਵਿੱਚ ਤਾਂ ਗੜੇਮਾਰੀ ਵੀ ਹੋਈ ਹੈ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਕੋਲੋਂ 50 ਕਰੋੜ ਦੀ ਫਰੌਤੀ ਮੰਗੀ ਹੈ ਅਤੇ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ ਤਖ਼ਤ ਸਾਹਿਬ ਨੂੰ ਅਤੇ ਗੁਰਦੁਆਰਾ ਬਾਲ ਲੀਲਾ ਸਾਹਿਬ ਨੂੰ। ਉਸ ਤੋਂ ਬਾਅਦ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਨੇ ਵੀ ਚੇਤਾਵਨੀ ਦਿੱਤੀ ਹੈ ਕਿ ਜਿਹਨੇ ਵੀ ਕੁਝ ਕਰਨਾ ਹੈ ਸਾਹਮਣੇ ਆ ਕੇ ਕਰੇ। ਮੋਗਾ ਦੇ ਵਿੱਚ ਖਸਤਾ ਹਾਲਤ ਮਕਾਨ ਡਿੱਗਣ ਕਾਰਨ ਮਾਂ ਧੀ ਦੀ ਮੌਤ ਹੋ ਗਈ ਹੈ। ਮਾਵਾਂ ਧੀਆਂ ਨੇ ਪ੍ਰਸ਼ਾਸਨ ਤੇ ਸਿਆਸੀ ਲੀਡਰਾਂ ਤੋਂ ਮੁਰੰਮਤ ਲਈ ਕਈ ਵਾਰੀ ਮਦਦ ਮੰਗੀ ਸੀ। ਮਾਂ ਆਪਣੀਆਂ 2 ਧੀਆਂ ਦੇ ਨਾਲ ਰਹਿੰਦੀ ਸੀ। ਇੱਕ ਧੀ ਘਟਨਾ ਵਕਤ ਬਾਹਰ ਕਿਸੇ ਕੰਮਕਾਰ ਦੇ ਲਈ ਗਈ ਹੋਈ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਹਸਪਤਾਲ ਦੇ ਵਿੱਚ ਆਕਸੀਜਨ ਪਲਾਂਟ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ। ਅਗਲੇ ਹਫ਼ਤੇ ਉਤਪਾਦਨ ਸ਼ੁਰੂ ਹੋਵੇਗਾ। ਆਲਮਗੀਰ ਅਤੇ ਅਨੰਦਪੁਰ ਸਾਹਿਬ ਵਿਖੇ ਕਰੋਨਾ ਮਰੀਜ਼ਾਂ ਦੇ ਲਈ ਵਿਸ਼ੇਸ਼ ਕਰੋਨਾ ਵਾਰਡ ਵੀ ਤਿਆਰ ਕੀਤੇ ਗਏ ਨੇ। ਬੀਬੀ ਜਗੀਰ ਕੌਰ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਹਰਿਆਣਾ ਦੇ ਵਿੱਚ ਲਾਕਡਾਊਨ ਲੱਗਿਆ ਹੋਣ ਦੇ ਬਾਵਜੂਦ ਕਿਸਾਨਾਂ ਦਾ ਜੋਸ਼ ਬਰਕਰਾਰ ਹੈ। ਸੂਬਾ ਸਰਕਾਰ ਖਿਲਾਫ ਕਰੋਨਾ ਦੀ ਆੜ ਵਿੱਚ ਪਾਬੰਦੀਆਂ ਲਾਉਣ ਦਾ ਦੋਸ਼ ਵੀ ਲਾਇਆ ਗਿਆ। ਕਾਨੂੰਨ ਰੱਦ ਹੋਣ ਤੱਕ ਅੰਦੋਲਨ ਜਾਰੀ ਰੱਖਣ ਦਾ ਅਹਿਦ ਵੀ ਲਿਆ ਗਿਆ। ਦਿੱਲੀ ਦੇ ਵਿੱਚ ਸੈਂਟਰਲ ਵਿਸਟਾ ਪ੍ਰੋਜੈਕਟ ਲਗਾਤਾਰ ਬਣ ਰਿਹਾ, ਉਸ ਤੇ ਕੋਈ ਰੋਕ ਨਹੀਂ ਲਾਈ ਗਈ ਹੈ। ਦਿੱਲੀ ਦੇ ਵਿੱਚ ਲੋਕ ਭਾਵੇਂ ਮਰ ਰਹੇ ਹੋਣ ਪਰ ਪ੍ਰਧਾਨ ਮੰਤਰੀ ਦੀ ਰਿਹਾਇਸ਼ ਬਣਾਉਣ ਦੇ ਵਿੱਚ ਕੋਈ ਰੋਕ ਨਹੀਂ ਲਾਈ ਗਈ ਹੈ ਤੇ ਇਸ ਦੇ ਖਿਲਾਫ ਜਨਹਿਤ ਪਟੀਸ਼ਨ ਵੀ ਅਦਾਲਤ ਦੇ ਵਿੱਚ ਦਾਖਲ ਕਰ ਦਿੱਤੀ ਗਈ ਹੈ। ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਨਵਾਂ ਘਰ ਬਣਾਉਣ ਦੀ ਥਾਂ ਲੋਕਾਂ ਦੀ ਜਾਨ ਬਚਾਉਣੀ ਚਾਹੀਦੀ ਹੈ ਸਰਕਾਰ ਨੂੰ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਚੰਡੀਗੜ੍ਹ ਸਮੇਤ ਪੰਜਾਬ ਤੇ ਹਰਿਆਣਾ ਨੂੰ ਆਕਸੀਜਨ ਸਿਲੰਡਰਾਂ ਦੀ ਹੋਮ ਡਿਲੀਵਰੀ ਤੇ ਵਿਚਾਰ ਕਰਨ ਦੇ ਲਈ ਕਿਹਾ ਹੈ। ਇਸ ਦੇ ਨਾਲ ਹੀ ਹਾਈ ਕੋਰਟ ਨੇ ਆਕਸੀਜਨ ਸਿਲੰਡਰਾਂ ਦੀ ਜਮ੍ਹਾਂਖੋਰੀ ਕਰਨ ਵਾਲਿਆਂ ਖਿਲਾਫ ਕਾਰਵਾਈ ਲਈ ਐਸਟੀਐਮ ਨੂੰ ਪੁਲਿਸ ਦੀ ਮਦਦ ਲੈਣ ਦੀ ਖੁੱਲ੍ਹ ਦੇ ਦਿੱਤੀ ਹੈ। ਕਰੋਨਾ ਕਾਰਨ ਜੇਲ੍ਹਾਂ ਦੇ ਵਿੱਚ ਕੈਦੀਆਂ ਦੀ ਗਿਣਤੀ ਘੱਟ ਕਰਨ ਲਈ ਸੁਪਰੀਮ ਕੋਰਟ ਦੇ ਆਦੇਸ਼ ਨਾਲ ਇੱਕ ਉੱਚ ਅਧਿਕਾਰ ਪ੍ਰਾਪਤ ਕਮੇਟੀ ਕੌਮੀ ਰਾਜਧਾਨੀ ਦਿੱਲੀ ਦੀਆਂ ਜੇਲ੍ਹਾਂ ਵਿੱਚ ਕੈਦੀਆਂ ਦੀ ਰਿਹਾਈ ਤੇ ਵਿਚਾਰ ਕਰਨ ਲਈ ਮੀਟਿੰਗ ਕਰੇਗੀ। ਯਾਨੀ ਕਿ ਕਰੋਨਾ ਕਾਰਨ ਕੈਦੀਆਂ ਨੂੰ ਰਿਹਾ ਕਰਨ ਸੰਬੰਧੀ ਵਿਚਾਰਾਂ ਹੋਣਗੀਆਂ। ਪੰਜਾਬ ਦੇ ਵਿੱਚ ਵੀ ਲੋਕ ਅਜਿਹੀ ਮੰਗ ਕਰ ਰਹੇ ਨੇ ਕਿ ਕਰੋਨਾ ਦੇ ਡਰ ਕਰਕੇ ਜਿਹੜੇ ਕੈਦੀ ਹੈਗੇ ਨੇ ਉਹਨਾਂ ਨੂੰ ਜ਼ਰੂਰ ਰਿਹਾ ਕੀਤਾ ਜਾਵੇ। ਚੰਡੀਗੜ੍ਹ ਦੇ ਵਿੱਚ 7 ਦਿਨਾਂ ਦੇ ਲਈ ਸਖਤੀ ਕੱਲ੍ਹ ਤੋਂ ਲਾਗੂ ਹੋ ਗਈ ਹੈ। ਸਰਕਾਰੀ ਦਫ਼ਤਰ 5 ਵਜੇ ਬੰਦ ਹੋਣਗੇ, ਪਾਰਕ ਵੀ ਸਿਰਫ 4 ਘੰਟੇ ਖੁੱਲ੍ਹੇ ਰਹਿਣਗੇ, ਸੰਪਰਕ ਸੈਂਟਰ ਵੀ 11 ਮਈ ਤੱਕ ਬੰਦ ਕਰ ਦਿੱਤੇ ਗਏ ਨੇ। ਇਸ ਦੇ ਨਾਲ ਹੀ ਸਿਰਫ ਜ਼ਰੂਰੀ ਸਮਾਨ ਦੀਆਂ ਦੁਕਾਨਾਂ ਹੀ ਖੁੱਲ੍ਹੀਆਂ ਰਹਿਣਗੀਆਂ। ਰਾਤ ਦਾ ਕਰਫਿਊ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਚੰਡੀਗੜ੍ਹ ਦੇ ਸਕੂਲਾਂ ਦੇ ਵਿੱਚ 10 ਮਈ ਤੋਂ ਗਰਮੀਆਂ ਦੀਆਂ ਛੁੱਟੀਆਂ ਕਰਨ ਦਾ ਵੀ ਐਲਾਨ ਕਰ ਦਿੱਤਾ ਗਿਆ। 1 ਮਹੀਨਾ ਆਨਲਾਈਨ ਕਲਾਸਾਂ ਨਹੀਂ ਲੱਗਣਗੀਆਂ। ਇਹ ਛੁੱਟੀਆਂ ਸ਼ਹਿਰ ਦੇ 115 ਸਕੂਲਾਂ ਦੇ ਅਧਿਆਪਕਾਂ ਤੇ ਨਾਨ ਟੀਚਿੰਗ ਸਟਾਫ ਨੂੰ ਕੀਤੀਆਂ ਗਈਆਂ ਨੇ। ਇਸ ਵੇਲੇ ਕਰੋਨਾ ਵਾਇਰਸ ਦੇ ਕੇਸ ਲਗਾਤਾਰ ਵੱਧ ਰਹੇ ਨੇ, ਜਿਸ ਕਰਕੇ ਹੁਣ ਅਧਿਆਪਕ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ 8 ਜੂਨ ਨੂੰ ਹੀ ਸਕੂਲ ਜੁਆਇਨ ਕਰਨਗੇ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲਾਂ ਪੰਜਾਬ ਦੀਆਂ ਅਪਡੇਟਸ ਤੁਹਾਨੂੰ ਦੱਸਾਂਗੇ। ਪੰਜਾਬ ਦੇ ਵਿੱਚ ਆਕਸੀਜਨ ਬਹੁਤ ਘੱਟ ਰਹਿ ਗਈ ਹੈ। ਇਹ ਕਿਹਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ। ਦੱਸਿਆ ਕਿ 10,000 ਮਰੀਜ਼ ਨੇ ਜਿਹੜੇ ਉਹ ਇਸ ਵਕਤ ਪੰਜਾਬ ਦੇ ਵਿੱਚ ਆਕਸੀਜਨ ਸਪੋਰਟ ਤੇ ਨੇ। ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਇਹ ਚਿੱਠੀ ਲਿਖੀ ਗਈ ਹੈ, ਜਿਸ ਦੇ ਵਿੱਚ ਪੰਜਾਬ ਲਈ 20 ਹੋਰ ਆਕਸੀਜਨ ਦੇ ਟੈਂਕਰ ਭੇਜਣ ਦੀ ਮੰਗ ਕੀਤੀ ਹੈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੀ ਇਹ ਚਿੱਠੀ ਲਿਖੀ ਹੈ LMO ਯਾਨੀ ਕਿ ਲਿਕੁਇਡ ਮੈਨੂਫੈਕਚਰਿੰਗ ਆਕਸੀਜਨ ਦੇ ਲਈ, ਇਸ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕੇਂਦਰ ਸਰਕਾਰ ਨੂੰ ਕਿ ਜਿਹੜੀ ਆਕਸੀਜਨ ਹੈ ਉਹ ਸਾਨੂੰ ਹਰਿਆਣਾ ਦੇ ਪਾਣੀਪਤ ਤੋਂ, ਉੱਤਰਾਖੰਡ ਦੇਹਰਾਦੂਨ ਤੇ ਰੁੜਕੀ ਤੋਂ ਆਉਂਦੀ ਹੈ। ਇਸ ਦੇ ਨਾਲ ਇੱਕ ਬਹੁਤ ਵੱਡੀ ਮੰਗ ਹੈ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਹੈ। ਯਾਦ ਕਰਵਾਇਆ ਕਿ 2 ਹਫ਼ਤੇ ਪਹਿਲਾਂ ਵੀ ਮੈਂ ਤੁਹਾਡੇ ਧਿਆਨ ਦੇ ਵਿੱਚ ਲਿਆਂਦਾ ਸੀ ਕਿ ਅਸੀਂ ਸਰਕਾਰ ਨੂੰ ਇਹ ਸਲਾਹ ਦੇਣਾ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਲੋਕਲ ਇੰਡਸਟਰੀ ਹੈ ਉਸ ਨੂੰ ਇਜਾਜ਼ਤ ਜੇ ਦੇ ਦਿੱਤੀ ਜਾਵੇ ਪਾਕਿਸਤਾਨ ਤੋਂ ਆਕਸੀਜਨ ਮੰਗਵਾਉਣ ਦੀ, ਕਿਉਂਕਿ ਉਹ ਅਸੀਂ ਵਾਘਾ ਅਟਾਰੀ ਬਾਰਡਰ ਦੇ ਜ਼ਰੀਏ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਮੰਗਵਾ ਸਕਦੇ ਹਾਂ। ਕਮਰਸ਼ੀਅਲ ਇੰਪੋਰਟ ਹੈ ਜਿਹੜੀ LMO ਦੀ ਯਾਨੀ ਕਿ ਲਿਕੁਇਡ ਆਕਸੀਜਨ ਦੀ, ਉਹ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਤੇ ਕੈਪਟਨ ਨੇ ਕਿਹਾ ਕਿ ਮੈਂ ਦੁਬਾਰਾ ਤੁਹਾਨੂੰ ਇਹ ਬੇਨਤੀ ਕਰਦਾ ਕਿ ਜਲਦੀ ਆਕਸੀਜਨ ਹੈ ਜਿਹੜੀ ਉਹ ਪੰਜਾਬ ਤੱਕ ਭੇਜਣ ਲਈ ਤੁਸੀਂ ਆਗਿਆ ਜਿਹੜੀ ਆ ਉਹ ਦਿਓ, ਇਸ ਨੂੰ ਪ੍ਰਵਾਨਗੀ ਦਿਓ ਤਾਂ ਕਿ ਪੰਜਾਬ ਦੇ ਵਿੱਚ ਕਰੋਨਾ ਦੇ ਮਰੀਜ਼ਾਂ ਨੂੰ ਬਚਾਇਆ ਜਾ ਸਕੇ ਜਿਹੜੇ ਕਿ ਆਕਸੀਜਨ ਦੇ ਖੁਣੋਂ ਮਰਦੇ ਜਾ ਰਹੇ ਨੇ। ਦੂਸਰੀ ਜਿਹੜੀ ਅਹਿਮ ਖਬਰ, ਪੰਜਾਬ ਦੇ ਵਿੱਚ ਕਰੋਨਾ ਦੇ ਟੀਕੇ ਵੀ ਖਤਮ ਹੋ ਰਹੇ ਨੇ। ਇਸ ਬਾਰੇ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਹੈ। ਕਿਹਾ ਕਿ ਹੁਣ ਇਸ ਵਕਤ ਪੰਜਾਬ ਦੇ ਵਿੱਚ ਸਿਰਫ 50,000 ਕਰੋਨਾ ਦੇ ਟੀਕੇ ਨੇ ਜਿਹੜੇ ਉਹ ਰਹਿ ਗਏ ਨੇ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ 1 ਤੋਂ 15 ਮਈ ਤੱਕ ਕੇਂਦਰ ਸਰਕਾਰ ਨੇ ਜਿਹੜੀ ਟੀਕਿਆਂ ਦੀ ਵੰਡ ਕੀਤੀ ਹੈ ਉਸ ਮੁਤਾਬਿਕ ਸਾਨੂੰ ਯਾਨੀ ਕਿ ਪੰਜਾਬ ਨੂੰ 1 ਤੋਂ 15 ਮਈ ਤੱਕ 6 ਲੱਖ ਟੀਕਿਆਂ ਦੀ ਡੋਜ਼ ਹੈ ਜਿਹੜੀ ਉਹ ਮਿਲਣੀ ਹੈ, ਜਿਹੜੀ ਕਿ ਇੱਕ ਦਿਨ ਦੇ ਵਿੱਚ ਸਿਰਫ 40,000 ਟੀਕੇ ਬਣਦੇ ਨੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਮੈਂ ਡਾਕਟਰ ਹਰਸ਼ਵਰਧਨ ਜਿਹੜੇ ਕਿ ਦੇਸ਼ ਦੇ ਸਿਹਤ ਮੰਤਰੀ ਹੈਗੇ ਨੇ ਉਹਨਾਂ ਨੂੰ ਅਪੀਲ ਕਰਦਾ ਕਿ ਇਸ ਜਿਹੜੀ ਟੀਕਿਆਂ ਦੀ ਵੰਡ ਹੈ ਉਸ ਨੂੰ ਦੁਬਾਰਾ ਰਿਵਿਊ ਕੀਤਾ ਜਾਵੇ ਤੇ ਪੰਜਾਬ ਦੇ ਲਈ ਟੀਕਿਆਂ ਦੀ ਖੇਪ ਹੈ ਜਿਹੜੀ ਉਹ ਵੱਧ ਭੇਜੀ ਜਾਵੇ, ਕਿਉਂਕਿ ਜਨਸੰਖਿਆ ਦੇ ਹਿਸਾਬ ਨਾਲ ਪੋਪੂਲੇਸ਼ਨ ਦੇ ਹਿਸਾਬ ਨਾਲ ਇੱਥੇ ਟੀਕੇ ਜ਼ਿਆਦਾ ਚਾਹੀਦੇ ਨੇ। ਤੇ ਪੰਜਾਬ ਦੇ ਵਿੱਚ ਵੈਕਸੀਨੇਸ਼ਨ ਕਰਨ ਦੇ ਲਈ ਕੈਟਾਗਰੀਜ਼ ਵੀ ਤਿਆਰ ਕਰ ਲਈਆਂ ਗਈਆਂ ਨੇ, ਗਰੁੱਪ ਬਣਾਏ ਗਏ ਨੇ। ਗਰੁੱਪ A ਦੇ ਵਿੱਚ ਮੋਹਾਲੀ, ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਬਠਿੰਡਾ ਅਤੇ ਪਟਿਆਲਾ ਜ਼ਿਲ੍ਹੇ ਦੇ ਲੋਕਾਂ ਨੂੰ ਟੀਕੇ ਲਾਏ ਜਾਣਗੇ। ਗਰੁੱਪ B ਦੇ ਵਿੱਚ ਹੁਸ਼ਿਆਰਪੁਰ, ਪਠਾਨਕੋਟ, ਮੋਹਾਲੀ, ਫਰੀਦਕੋਟ, ਕਪੂਰਥਲਾ ਤੇ ਗੁਰਦਾਸਪੁਰ ਜ਼ਿਲ੍ਹੇ ਹੋਣਗੇ। ਬਾਕੀ ਜਿਹੜੇ ਜ਼ਿਲ੍ਹੇ ਬਚੇ ਨੇ ਉਹ C ਗਰੁੱਪ ਦੇ ਵਿੱਚ ਆਉਣਗੇ। ਗਰੁੱਪ A ਦੇ ਜ਼ਿਲ੍ਹਿਆਂ ਦੇ ਲਈ 50% ਦੀ ਵੈਕਸੀਨ ਨੂੰ ਰਾਖਵਾਂ ਰੱਖਿਆ ਜਾਵੇਗਾ, B ਦੇ ਲਈ 30% ਦੀ ਵੈਕਸੀਨ ਨੂੰ ਤੇ ਗਰੁੱਪ C ਦੇ ਲਈ 20% ਦੀ ਵੈਕਸੀਨ ਰਿਜ਼ਰਵ ਰੱਖੀ ਗਈ ਹੈ। ਗੰਭੀਰ ਮਰੀਜ਼ਾਂ ਦੇ ਲਈ 70% ਦੀ ਵੈਕਸੀਨ ਦਾ ਕੋਟਾ ਰੱਖਿਆ ਗਿਆ ਤੇ ਹਾਇਰ ਰਿਸਕ ਜਿਹੜੇ ਮਰੀਜ਼ ਹੈਗੇ ਨੇ ਉਹਨਾਂ ਦੇ ਲਈ 30% ਦੀ ਵੈਕਸੀਨ ਦਾ ਕੋਟਾ ਰੱਖਿਆ ਗਿਆ। ਸੋ ਪੰਜਾਬ ਦੇ ਵਿੱਚ ਵੈਕਸੀਨੇਸ਼ਨ ਦੇ ਲਈ ਕੈਟਾਗਰੀਜ਼ ਤਿਆਰ ਕਰ ਲਈਆਂ ਗਈਆਂ ਨੇ। ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁਤਾਬਿਕ ਸਿਰਮ ਇੰਸਟੀਚਿਊਟ ਆਫ ਇੰਡੀਆ ਤੋਂ ਜਿਹੜੀ ਵੈਕਸੀਨ ਆਉਣੀ ਹੈ ਉਹਦੇ ਵਿੱਚੋਂ 3.5 ਲੱਖ ਡੋਜ਼ ਹੈ ਜਿਹੜੀ ਉਹ ਪੰਜਾਬ ਦੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਲਈ ਮਈ ਮਹੀਨੇ ਦੇ ਵਿੱਚ ਵੰਡੀ ਜਾਵੇਗੀ। ਤੇ ਕੈਪਟਨ ਨੇ ਕਿਹਾ ਕਿ ਜਿਹੜੀ ਵੈਕਸੀਨੇਸ਼ਨ ਕੈਟਾਗਰੀ ਹੈ ਉਸ ਦੇ ਮੁਤਾਬਿਕ ਹੀ ਜਿਹੜੀ ਹੁਣ ਵੈਕਸੀਨੇਸ਼ਨ ਮੁਹਿੰਮ ਵੈਕਸੀਨੇਸ਼ਨ ਦਾ ਪੜਾਅ ਚੱਲ ਰਿਹਾ ਤੀਸਰਾ 18 ਤੋਂ 44 ਸਾਲ ਤੱਕ ਦੀ ਉਮਰ ਦਾ, ਉਹ ਕੈਟਾਗਰੀਜ਼ ਦੇ ਹਿਸਾਬ ਨਾਲ ਹੀ ਉਹਨਾਂ ਨੂੰ ਟੀਕਾ ਜਿਹੜਾ ਉਹ ਲੱਗੇਗਾ। ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਕਰੋਨਾ ਦੇ ਰੋਜ਼ਾਨਾ ਵਧ ਰਹੇ ਕੇਸਾਂ ਤੇ ਚਿੰਤਾ ਜ਼ਾਹਿਰ ਕੀਤੀ ਹੈ ਤੇ ਹੁਣ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪਿੰਡਾਂ ਦੇ ਵਿੱਚ ਨੇ ਜਿਹੜੇ ਕੇਸ ਆਉਣੇ ਸ਼ੁਰੂ ਹੋ ਗਏ ਨੇ ਤੇ ਪਿੰਡਾਂ ਦੇ ਵਿੱਚ ਬਹੁਤ ਹੀ ਤੇਜ਼ੀ ਦੇ ਨਾਲ ਕਰੋਨਾ ਵਾਇਰਸ ਦੇ ਕੇਸ ਵੱਧਦੇ ਜਾ ਰਹੇ ਨੇ। ਹਰ ਦਿਨ ਕਹਿੰਦੇ ਪੋਜ਼ਿਟਿਵ ਕੇਸ ਤੇ ਮੌਤਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਪਹਿਲਾਂ ਬਹੁਤ ਹਲਕੇ ਲੱਛਣਾਂ ਵਾਲਾ ਕਰੋਨਾ ਸੀਗਾ ਦੂਸਰੀ ਲਹਿਰ ਦੇ ਵਿੱਚ ਵੀ, ਪਰ ਹੁਣ ਲੈਵਲ 2 ਤੇ ਹੀ ਲੋਕਾਂ ਦੇ ਵਿੱਚ ਇਹ ਦਿਖਾਈ ਦੇ ਰਿਹਾ ਹੈ। ਦਿੱਲੀ ਦੇ ਨੇੜੇ ਤੇੜੇ ਸੂਬਿਆਂ ਦੇ ਲੋਕ ਨੇ ਜਿਹੜੇ ਉਹ ਵੀ ਪੰਜਾਬ ਦੇ ਵਿੱਚ ਆ ਰਹੇ ਨੇ। ਪੰਜਾਬ ਦੇ ਵਿੱਚ ਹਾਲੇ ਤੱਕ ਵੈਕਸੀਨ ਤੇ ਰੈਮਡੇਸਿਵਿਰ ਵੀ ਪੂਰੀ ਤਰ੍ਹਾਂ ਮਿਲ ਨਹੀਂ ਰਹੀ ਹੈ, ਆਕਸੀਜਨ ਦੀ ਕਮੀ ਹੋ ਰਹੀ ਹੈ। ਜੇਕਰ ਗਿਣਤੀ ਮਰੀਜ਼ਾਂ ਦੀ ਵੱਧਦੀ ਰਹੀ ਤਾਂ ਪੂਰੇ ਦੇਸ਼ ਦੇ ਵਿੱਚ ਹਾਹਾਕਾਰ ਮਚ ਜਾਵੇਗਾ, ਇਹ ਕਹਿਣਾ ਹੈ ਬਲਵੀਰ ਸਿੰਘ ਸਿੱਧੂ ਦਾ। ਉਹਨਾਂ ਨੇ ਕਿਹਾ ਕਿ ਫਰੰਟ ਲਾਈਨ ਕਰਮਚਾਰੀਆਂ ਨੂੰ ਛੱਡ ਕੇ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੀ ਵੈਕਸੀਨੇਸ਼ਨ ਨਹੀਂ ਹੋ ਪਾ ਰਹੀ ਹੈ। ਜਦੋਂ ਵੈਕਸੀਨ ਆਏਗੀ ਉਦੋਂ ਹੀ ਟੀਕਾਕਰਨ ਸ਼ੁਰੂ ਹੋ ਸਕਦਾ ਹੈ। ਇਸ ਦੇ ਨਾਲ ਹੀ ਪੰਜਾਬ ਦੇ ਸਿਹਤ ਵਿਭਾਗ ਨੇ ਕੇਂਦਰ ਸਰਕਾਰ ਤੇ ਇੱਕ ਦੋਸ਼ ਲਾਇਆ ਕਿ ਵਿਦੇਸ਼ੀ ਮਦਦ ਦਾ ਪੰਜਾਬ ਨੂੰ ਕੋਈ ਹਿੱਸਾ ਨਹੀਂ ਮਿਲਿਆ। ਪੰਜਾਬ ਕੇਂਦਰ ਸਰਕਾਰ ਤੋਂ ਲਗਾਤਾਰ ਮਦਦ ਦੀ ਮੰਗ ਕਰ ਰਿਹਾ ਹੈ ਕਿਉਂਕਿ ਯੂਕੇ ਤੋਂ ਕੁਵੈਤ ਤੋਂ ਭਾਰਤ ਨੂੰ ਵੱਡੀ ਗਿਣਤੀ ਦੇ ਵਿੱਚ ਵੈਂਟੀਲੇਟਰ, ਕਨਸੈਂਟਰੇਟਰ ਜਿਹੜੇ ਆਕਸੀਜਨ ਕਨਸੈਂਟਰੇਟਰ ਨੇ ਉਹ ਪਹੁੰਚੇ ਨੇ, ਆਕਸੀਜਨ ਦੇ ਸਿਲੰਡਰ ਆਏ ਨੇ, ਟੀਕੇ ਆਏ ਨੇ, ਪਰ ਪੰਜਾਬ ਨੂੰ ਕੁਝ ਨਹੀਂ ਮਿਲਿਆ। ਇਹ ਇਲਜ਼ਾਮ ਲਾਇਆ ਹੈ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਕਿ ਵਿਦੇਸ਼ਾਂ ਤੋਂ ਆ ਰਹੀ ਮਦਦ ਦਾ ਇੱਕ ਵੀ ਹਿੱਸਾ ਪੰਜਾਬ ਨੂੰ ਨਹੀਂ ਦਿੱਤਾ ਜਾ ਰਿਹਾ। ਅਜਿਹਾ ਸੈਂਟਰ ਕਿਉਂ ਕਰ ਰਹੀ ਹੈ? ਕੇਂਦਰ ਸਰਕਾਰ ਜਿਹੜਾ ਵਿਤਕਰਾ ਕਿਉਂ ਕਰ ਰਹੀ ਹੈ ਪੰਜਾਬ ਦੇ ਨਾਲ ਇਸ ਮਹਾਮਾਰੀ ਦੇ ਦੌਰ ਦੇ ਵਿੱਚ ਵੀ ਇਹ ਬਹੁਤ ਹੀ ਮੰਦਭਾਗਾ ਹੈ। ਪੰਜਾਬ ਦੇ ਬਾਰਡਰਾਂ ਤੇ ਪੁਲਿਸ ਨੂੰ ਤੈਨਾਤ ਕਰ ਦਿੱਤਾ ਗਿਆ। ਪੰਜਾਬ 'ਚ ਦਾਖਲ ਹੋਣ ਵਾਲਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਨਵੇਂ ਹੁਕਮਾਂ ਦੇ ਮੁਤਾਬਿਕ ਤਲਵੰਡੀ ਸਾਬੋ ਦੇ ਨਾਲ ਹਰਿਆਣਾ ਦੇ ਨਾਲ ਲੱਗਦੇ 3 ਰਾਹ ਸੀਲ ਕਰ ਦਿੱਤੇ ਗਏ ਨੇ। ਚੁਪਈਆ ਵਾਹਨ ਅਤੇ ਦੁਪਹੀਆ ਵਾਹਨ ਉਹਨਾਂ ਦੇ ਵਿੱਚ ਜਿਵੇਂ ਮਨਜ਼ੂਰੀ ਦਿੱਤੀ ਗਈ ਹੈ ਸਫ਼ਰ ਕਰਨ ਦੀ, ਉਸ ਨੂੰ ਵੀ ਸਖਤੀ ਦੇ ਨਾਲ ਲਾਗੂ ਕਰਵਾ ਰਹੀ ਹੈ ਪੰਜਾਬ ਪੁਲਿਸ। ਪੰਜਾਬ 'ਚ ਬਾਹਰੋਂ ਆਉਣ ਵਾਲਿਆਂ ਦੇ ਲਈ ਦਰਅਸਲ ਨਵੇਂ ਹੁਕਮਾਂ ਦੇ ਵਿੱਚ ਕਰੋਨਾ ਟੈਸਟ ਲਾਜ਼ਮੀ ਕੀਤਾ ਗਿਆ ਹੈ। ਜੇ ਕਿਸੇ ਦੇ ਕੋਲ ਕਰੋਨਾ ਦੀ ਨੈਗੇਟਿਵ ਰਿਪੋਰਟ ਨਹੀਂ ਹੁੰਦੀ, ਬਾਈ ਚਾਂਸ ਉਹਨਾਂ ਦਾ ਟੈਸਟ ਕਰਵਾਉਣ ਨੂੰ ਥਾਂ ਨਹੀਂ ਮਿਲਦੀ, ਤਾਂ ਉਹਨਾਂ ਦੇ ਕੋਲ ਵੈਕਸੀਨੇਸ਼ਨ ਦਾ ਜਿਹੜਾ ਸਰਟੀਫਿਕੇਟ ਹੈ ਉਹ ਜ਼ਰੂਰ ਹੋਣਾ ਚਾਹੀਦਾ ਹੈ ਤੇ ਉਹ 4-5 ਦਿਨ ਤੋਂ ਪੁਰਾਣਾ ਨਹੀਂ ਹੋਣਾ ਚਾਹੀਦਾ। ਵੈਕਸੀਨੇਸ਼ਨ ਦਾ ਸਰਟੀਫਿਕੇਟ ਲਾਜ਼ਮੀ ਕੀਤਾ ਗਿਆ ਹੈ। ਪੰਜਾਬ ਦੇ ਵਿੱਚ ਹੁਣ ਜ਼ਰੂਰੀ ਵਸਤੂਆਂ ਨੂੰ ਮਹਿੰਗੇ ਭਾਅ ਤੇ ਦੁਕਾਨਦਾਰ ਨਹੀਂ ਵੇਚ ਸਕਦੇ। ਕੋਈ ਵੀ ਸਬਜ਼ੀ ਫਲ ਵਿਕਰੇਤਾ ਹੋਣ ਜਾਂ ਫਿਰ ਰਾਸ਼ਨ ਵੇਚਣ ਵਾਲੇ ਦੁਕਾਨਦਾਰ ਹੋਣ, ਉਹ ਵੱਧ ਰੇਟਾਂ ਦੇ ਉੱਤੇ ਆਪਣਾ ਸਮਾਨ ਵੇਚ ਕੇ ਪੰਜਾਬ ਦੇ ਲੋਕਾਂ ਨੂੰ ਲੁੱਟ ਨਹੀਂ ਸਕਦੇ। ਦਰਅਸਲ ਵੱਧ ਕੀਮਤਾਂ ਵਸੂਲਣ ਤੋਂ ਬਚਾਉਣ ਦੇ ਮਕਸਦ ਦੇ ਨਾਲ ਹੀ ਸੂਬੇ ਭਰ ਦੇ ਵਿੱਚ 78 ਦੁਕਾਨਾਂ ਦੇ ਉੱਤੇ ਛਾਪੇ
ਛਾਪੇਮਾਰੀ ਕੀਤੀ ਗਈ, ਜਿਨ੍ਹਾਂ ਵਿੱਚੋਂ 9 ਵਪਾਰਿਕ ਸੰਸਥਾਵਾਂ ਵੱਧ ਭਾਅ ਵਸੂਲ ਰਹੀਆਂ ਸੀ, ਜਿਨ੍ਹਾਂ ਵਿਰੁੱਧ ਸਖਤ ਕਾਰਵਾਈ ਕਰਦਿਆਂ ਉਹਨਾਂ ਨੂੰ 30-30 ਹਜ਼ਾਰ ਦਾ ਜੁਰਮਾਨਾ ਲਾਇਆ ਗਿਆ। ਇਹ ਜਾਣਕਾਰੀ ਪੰਜਾਬ ਦੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦਿੱਤੀ ਹੈ। ਉਹਨਾਂ ਦੱਸਿਆ ਕਿ ਜ਼ਰੂਰੀ ਵਸਤੂਆਂ ਦੀ ਵੱਧ ਕੀਮਤ ਵਸੂਲਣ ਸੰਬੰਧੀ ਸਾਨੂੰ ਕਾਫੀ ਸਾਰੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ, ਜਿਨ੍ਹਾਂ ਤੇ ਕਾਰਵਾਈ ਕਰਦਿਆਂ ਸੂਬੇ ਭਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ 9 ਦੁਕਾਨਦਾਰਾਂ ਖਿਲਾਫ ਵੱਧ ਕੀਮਤ ਵਸੂਲ ਕਰਨ ਦੇ ਮਾਮਲੇ ਵਿੱਚ ਮੈਟਰੋਲੋਜੀ ਐਕਟ 2009 ਦੇ ਅਧੀਨ ਜੁਰਮਾਨਾ ਕੀਤਾ ਗਿਆ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖਤੀ ਨਾਲ ਹੁਕਮ ਦਿੱਤੇ ਨੇ ਕਿ ਅਜਿਹੇ ਦੌਰ ਦੇ ਵਿੱਚ, ਮਹਾਮਾਰੀ ਦੇ ਦੌਰ ਵਿੱਚ ਲੋਕਾਂ ਨੂੰ ਲੁੱਟਣ ਨਾ ਦੁਕਾਨਦਾਰ ਇਹ ਯਕੀਨੀ ਬਣਾਇਆ ਜਾਵੇ। ਉਹਨਾਂ ਕਿਹਾ ਕਿ ਜ਼ਰੂਰੀ ਵਸਤੂਆਂ ਰਾਹੀਂ ਮੁਨਾਫਾ ਖੋਰੀ ਨੂੰ ਰੋਕਣ ਦੇ ਲਈ ਛਾਪੇਮਾਰੀ ਪੰਜਾਬ ਸਰਕਾਰ ਦੇ ਇਸ ਵਿਭਾਗ ਦੇ ਵੱਲੋਂ ਜਾਰੀ ਰਹੇਗੀ। ਜੇਕਰ ਕੋਈ ਵੱਧ ਕੀਮਤ ਵਸੂਲ ਕਰਦਾ ਫੜਿਆ ਗਿਆ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਏਗੀ। ਸੋ ਦੁਕਾਨਦਾਰ ਨੇ ਜਿਹੜੇ MRP ਜਾਂ ਫਿਰ ਉਸ ਤੋਂ ਘੱਟ ਰੇਟ ਤੇ ਹੀ ਚੀਜ਼ਾਂ ਵੇਚ ਸਕਦੇ ਨੇ, ਜਿਹੜਾ ਡਿਸਕਾਊਂਟ ਹੈ ਉਹ ਜ਼ਰੂਰ ਦੇ ਸਕਦੇ ਨੇ MRP ਰੇਟ ਤੇ, ਪਰ MRP ਤੋਂ ਵੱਧ ਰੇਟ ਦੇ ਉੱਤੇ ਨਹੀਂ ਵੇਚ ਸਕਦੇ। ਇਸ ਕਰਕੇ ਪੰਜਾਬ ਦੇ ਸਾਰੇ ਲੋਕ ਜ਼ਰੂਰ ਧਿਆਨ ਦੇ ਨਾਲ ਇਹ ਗੱਲ ਸੁਣ ਲੈਣ ਕਿ ਜੇਕਰ ਕੋਈ ਵੀ ਦੁਕਾਨਦਾਰ ਤੁਹਾਡੀ ਜਿਹੜੀ ਮਜਬੂਰੀ ਦਾ ਫਾਇਦਾ ਚੁੱਕਦਾ ਹੈ, ਵੱਧ ਰੇਟ ਤੇ ਤੁਹਾਨੂੰ ਚੀਜ਼ਾਂ ਵੇਚਦਾ ਹੈ, ਤਾਂ ਤੁਸੀਂ ਉਸ ਦੀ ਸ਼ਿਕਾਇਤ ਕਰ ਸਕਦੇ ਹੋ। ਸ਼ਿਕਾਇਤ ਕਰਨ ਦੇ ਲਈ ਕੁਝ ਨਹੀਂ ਹੁੰਦਾ, ਤੁਹਾਨੂੰ ਇੰਨਾ ਜ਼ਰੂਰ ਕਹਿ ਸਕਦੇ ਹੋ ਕਿ ਇਹ ਤੁਸੀਂ ਨਹੀਂ ਕਰ ਸਕਦੇ, ਅਸੀਂ ਤੁਹਾਡੀ ਸ਼ਿਕਾਇਤ ਕਰ ਸਕਦੇ ਹਾਂ ਤੇ ਦੁਕਾਨਦਾਰ ਜ਼ਾਹਿਰ ਤੌਰ ਤੇ ਤੁਹਾਨੂੰ ਨਹੀਂ ਲੁੱਟਣਗੇ ਜੇ ਤੁਸੀਂ ਜਾਗਰੂਕ ਹੋਵੋਗੇ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਾਬ ਦੇ 10 ਮੈਰੀਟੋਰੀਅਸ ਸਕੂਲਾਂ ਦੇ ਵਿੱਚ ਦਾਖਲੇ ਦੀ ਤਰੀਕ ਨੂੰ ਹੁਣ ਅੱਗੇ ਵਧਾ ਦਿੱਤਾ ਹੈ ਕਰੋਨਾ ਦੇ ਕਰਕੇ। ਜਿਹੜੇ ਮੈਰੀਟੋਰੀਅਸ ਸਕੂਲ ਹੈਗੇ ਨੇ ਉਹਨਾਂ ਦੇ ਵਿੱਚ 11ਵੀਂ ਤੇ 12ਵੀਂ ਕਲਾਸਾਂ ਦੇ ਲਈ ਦਾਖਲਾ ਜਿਹੜਾ 30 ਜੂਨ 5 ਵਜੇ ਤੱਕ ਕਰਵਾਇਆ ਜਾ ਸਕਦਾ ਹੈ, ਸ਼ਾਮ 5 ਵਜੇ ਤੱਕ। ਇਸ ਦੇ ਨਾਲ ਹੀ 9ਵੀਂ ਅਤੇ 10ਵੀਂ ਜਮਾਤ ਦੇ ਦਾਖਲਿਆਂ ਦੀ ਆਖਰੀ ਤਰੀਕ ਨੂੰ ਵੀ 30 ਜੂਨ ਸ਼ਾਮ 5 ਵਜੇ ਤੱਕ ਵਧਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਦੇਸ਼ ਦੇ ਜਿਹੜੇ ਸਿੱਖਿਆ ਮੰਤਰੀ ਹੈਗੇ ਨੇ ਡਾਕਟਰ ਰਮੇਸ਼ ਪੋਖਰਿਆਲ ਨਿਸ਼ੰਕ, ਉਹਨਾਂ ਨੇ ਵੀ ਜਾਣਕਾਰੀ ਦਿੱਤੀ ਹੈ ਕਿ JEE ਮੇਨ ਦੀ ਜਿਹੜੀ ਮਈ ਦੇ ਵਿੱਚ ਪ੍ਰੀਖਿਆ ਹੋਣੀ ਸੀ ਉਸ ਨੂੰ ਵੀ ਹੁਣ ਮੁਲਤਵੀ ਕਰ ਦਿੱਤਾ ਗਿਆ। ਵਿਦਿਆਰਥੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਹੋਰ ਅਪਡੇਟਸ ਦੇ ਲਈ NTA ਦੀ ਜਿਹੜੀ ਵੈਬਸਾਈਟ ਹੈ ਉਸ ਨੂੰ ਚੈੱਕ ਕਰਦੇ ਰਹਿਣ। ਫਿਲਹਾਲ ਜਿਹੜੀ ਤਰੀਕ ਹੈ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ। ਹਾਲਾਂਕਿ JEE ਮੇਨ ਦੀ ਪ੍ਰੀਖਿਆ ਪਹਿਲਾਂ ਅਪ੍ਰੈਲ 27, 28 ਤੇ 30 ਨੂੰ ਹੋਣੀ ਸੀ, ਪਹਿਲਾਂ ਵੀ ਇਸ ਨੂੰ ਪੋਸਟਪੋਨ ਕੀਤਾ ਗਿਆ ਸੀ ਤੇ ਹੁਣ ਫੇਰ ਮਈ ਦੇ ਵਿੱਚ 24, 25, 26, 27, 28 ਮਈ ਨੂੰ ਰੱਖੀ ਗਈ ਸੀ ਪ੍ਰੀਖਿਆ, ਪਰ ਹੁਣ ਵੀ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ। ਪੰਜਾਬ ਸਰਕਾਰ ਦੀਆਂ ਪਾਬੰਦੀਆਂ ਦੇ ਖਿਲਾਫ ਵਪਾਰੀ ਲਗਾਤਾਰ ਸੜਕਾਂ ਤੇ ਉਤਰ ਰਹੇ ਨੇ। ਬਰਨਾਲਾ ਹੋਵੇ ਜਾਂ ਫਿਰ ਲੁਧਿਆਣਾ, ਕਈ ਸ਼ਹਿਰਾਂ ਦੇ ਵਿੱਚ ਵਪਾਰੀ ਵਰਗ ਹੈ ਜਿਹੜਾ ਉਹ ਪੰਜਾਬ ਸਰਕਾਰ ਦੇ ਨਵੇਂ ਹੁਕਮਾਂ ਦੇ ਖਿਲਾਫ ਉਤਰਿਆ ਹੋਇਆ, ਕਿਉਂਕਿ 15 ਮਈ ਤੱਕ ਪੰਜਾਬ ਸਰਕਾਰ ਨੇ ਸਾਰੀਆਂ ਗੈਰ ਜ਼ਰੂਰੀ ਸਮਾਨ ਦੀਆਂ ਜਿਹੜੀਆਂ ਦੁਕਾਨਾਂ ਨੇ ਉਹਨਾਂ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹੋਏ ਨੇ। ਵਪਾਰੀ ਕਹਿ ਰਹੇ ਨੇ ਕਿ ਜਾਂ ਤਾਂ ਮੁਕੰਮਲ ਲੋਕਡਾਊਨ ਲਾ ਦਿਓ, ਤੁਸੀਂ ਸਾਡੇ ਨਾਲ ਵਿਤਕਰਾ ਕਰਦੇ ਹੋ, ਅੱਧੀਆਂ ਦੁਕਾਨਾਂ ਨੂੰ ਛੋਟ ਦਿੱਤੀ ਗਈ ਹੈ, ਸਾਨੂੰ ਛੋਟ ਨਹੀਂ ਦਿੱਤੀ ਗਈ, ਤੁਸੀਂ ਇਹ ਦੱਸੋ ਕਿ ਜ਼ਰੂਰੀ ਸਮਾਨ ਕਿਹੜਾ ਨਹੀਂ ਹੁੰਦਾ। ਸਾਰੇ ਸਮਾਨ ਦੀ ਹੀ ਆਪਣੇ ਆਪ ਦੇ ਵਿੱਚ ਜ਼ਰੂਰਤ ਹੁੰਦੀ ਹੈ। ਇਸ ਕਰਕੇ ਦੁਕਾਨਾਂ ਨੇ ਜਿਹੜੀਆਂ ਜਾਂ ਪੂਰੀਆਂ ਖੋਲੋ ਜਾਂ ਪੂਰੀਆਂ ਬੰਦ ਕਰੋ। ਉਹਨਾਂ ਨੇ ਕਿਹਾ ਕਿ ਅਸੀਂ ਜਿਹੜੀ ਨਿਯਮ ਤੁਸੀਂ ਕਿੰਨੇ ਮਰਜ਼ੀ ਸਖਤ ਕਰਦੇ ਹੋ, ਅਸੀਂ ਉਹਨਾਂ ਦੀ ਪਾਲਣਾ ਕਰਾਂਗੇ, ਪਰ ਦੁਕਾਨਾਂ ਬੰਦ ਨਾ ਕਰੋ। ਪਟਿਆਲਾ ਦੇ ਸਰਕਾਰੀ ਰਜਿੰਦਰਾ ਮੈਡੀਕਲ ਕਾਲਜ ਦੇ ਵਿੱਚ ਲੰਘੇ 24 ਘੰਟਿਆਂ ਦੇ ਵਿੱਚ 38 ਜਾਨਾਂ ਚਲੇ ਜਾਣ ਦੀ ਖਬਰ ਹੈ। ਇਸ ਤੋਂ ਇੱਕ ਦਿਨ ਪਹਿਲਾਂ 51 ਮੌਤਾਂ ਹੋ ਗਈਆਂ ਸੀ। ਹਸਪਤਾਲ ਦੀ ਮੋਰਚਰੀ ਦੇ ਵਿੱਚ ਉਨੀ ਥਾਂ ਨਹੀਂ ਹੈਗੀ ਜਿੰਨੀਆਂ ਮੌਤਾਂ ਦੀ ਗਿਣਤੀ ਵੱਧ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲਾ ਦੇ ਵਿੱਚ ਇਹ ਅਹਿਮ ਹਸਪਤਾਲ ਹੈ, ਪੰਜਾਬ ਦੇ 3 ਮੈਡੀਕਲ ਕਾਲਜਾਂ ਦੇ ਵਿੱਚੋਂ ਇੱਕ ਹੈ, ਪਰ ਲਗਾਤਾਰ ਇਥੋਂ ਵੱਧ ਮੌਤਾਂ ਦੇ ਮਾਮਲੇ ਸਾਹਮਣੇ ਆ ਰਹੇ ਨੇ। ਹਦਾਇਤਾਂ ਤੋਂ ਵੱਧ ਸਵਾਰੀਆਂ ਬਿਠਾਉਣ ਤੇ ਲੁਧਿਆਣਾ ਟ੍ਰੈਫਿਕ ਪੁਲਿਸ ਨੇ ਬੱਸ ਨੂੰ ਇੰਪਾਊਂਡ ਕਰ ਦਿੱਤਾ ਹੈ। ਵੱਡੀ ਗਿਣਤੀ ਵਿੱਚ ਆਪਣੇ ਪਿਤਰੀ ਸੂਬਿਆਂ ਵੱਲ ਜਾ ਰਹੇ ਪ੍ਰਵਾਸੀ ਕਾਮਿਆਂ ਨੂੰ ਲੋੜ ਤੋਂ ਵੱਧ ਗਿਣਤੀ ਅਤੇ ਬੱਸ ਦੇ ਕਾਗਜ਼ਾਤ ਪੂਰੇ ਨਾ ਹੋਣ ਦੇ ਕਾਰਨ ਲੁਧਿਆਣਾ ਟ੍ਰੈਫਿਕ ਪੁਲਿਸ ਨੇ ਇਸ ਬੱਸ ਦੇ ਜਿਹੜੇ ਪ੍ਰਬੰਧਕ ਹੈਗੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਹੈ। ਦੱਸਿਆ ਪੁਲਿਸ ਨੇ ਕਿ ਲੋੜ ਤੋਂ ਵੱਧ ਸਵਾਰੀਆਂ ਬੈਠੀਆਂ ਸੀ, ਕਿਸੇ ਵੀ ਸਵਾਰੀ ਦੇ ਮੂੰਹ ਤੇ ਮਾਸਕ ਨਹੀਂ ਲੱਗਿਆ ਹੋਇਆ ਸੀ ਤੇ ਬੱਸ ਦੇ ਕਾਗਜ਼ਾਤ ਜਦੋਂ ਚੈੱਕ ਕੀਤੇ ਤਾਂ ਕਾਗਜ਼ਾਤ ਪੂਰੇ ਹੀ ਨਹੀਂ ਸੀ, ਇਸ ਕਰਕੇ ਬੱਸ ਇੰਪਾਊਂਡ ਹੋ ਗਈ ਹੈ। ਰੋਪੜ ਦੇ ਵਿੱਚ ਪੁਲਿਸ ਨੇ ਵੱਡੇ ਹਾਰਨ ਵਾਲੇ ਵਾਹਨਾਂ ਦੇ ਚਲਾਨ ਕੱਟੇ ਨੇ। ਇਹਨਾਂ ਵਾਹਨਾਂ ਤੋਂ ਵੱਡੇ ਹਾਰਨਾਂ ਨੂੰ ਉਤਾਰ ਕੇ ਬਰਬਾਦ ਵੀ ਕੀਤਾ ਹੈ। ਨਾਬਾਲਗ ਵਾਹਨ ਚਾਲਕਾਂ ਦੀ ਸਖਤ ਤਾੜਨਾ ਵੀ ਕੀਤੀ ਗਈ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਨਾਬਾਲਗ ਵਾਹਨ ਚਾਲਕਾਂ ਨੂੰ ਰੋਕ ਕੇ ਉਹਨਾਂ ਦੇ ਮਾਪਿਆਂ ਨੂੰ ਬੁਲਾ ਕੇ ਸਮਝਾਇਆ ਵੀ ਜਾਂਦਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਰੋਨਾ ਦੇ ਇਸ ਮੁਸ਼ਕਿਲ ਦੌਰ ਦੇ ਵਿੱਚ ਵੱਡਾ ਐਲਾਨ ਕੀਤਾ ਹੈ ਕਿ ਦਿੱਲੀ ਸਰਕਾਰ ਅਗਲੇ 2 ਮਹੀਨਿਆਂ ਦੇ ਲਈ ਦਿੱਲੀ ਦੇ ਵਿੱਚ 72 ਲੱਖ ਰਾਸ਼ਨ ਕਾਰਡ ਧਾਰਕਾਂ ਨੂੰ ਮੁਫਤ ਰਾਸ਼ਨ ਤੇ
ਆਟੋ ਰਿਕਸ਼ਾ ਤੇ ਟੈਕਸੀ ਚਾਲਕਾਂ ਨੂੰ 5000 ਰੁਪਏ ਦੀ ਵਿੱਤੀ ਸਹਾਇਤਾ ਦੇਵੇਗੀ, ਯਾਨੀ ਕਿ 72 ਲੱਖ ਲੋਕਾਂ ਨੂੰ 2 ਮਹੀਨਿਆਂ ਦੇ ਲਈ ਮੁਫਤ ਰਾਸ਼ਨ ਦੇਵੇਗੀ ਕੇਜਰੀਵਾਲ ਸਰਕਾਰ। ਹਾਲਾਂਕਿ ਇਹਦੇ ਵਿੱਚ ਜਿਹੜੀ ਮਾਤਰਾ ਨਹੀਂ ਦੱਸੀ ਗਈ ਕਿ ਮੁਫਤ ਰਾਸ਼ਨ ਕਿੰਨਾ ਦਿੱਤਾ ਜਾਏਗਾ ਤੇ ਕੀ ਦਿੱਤਾ ਜਾਏਗਾ। ਤੇ ਜਿਹੜੇ ਆਟੋ ਰਿਕਸ਼ਾ ਤੇ ਟੈਕਸੀ ਚਾਲਕ ਹੈਗੇ ਨੇ ਉਹਨਾਂ ਨੂੰ 5-5000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਏਗੀ। ਕੇਜਰੀਵਾਲ ਨੇ ਵੀ ਸਪਸ਼ਟ ਕੀਤਾ ਹੈ ਕਿ ਹੁਣ ਇਸ ਐਲਾਨ ਦਾ ਮਤਲਬ ਇਹ ਨਹੀਂ ਕਿ ਅਗਲੇ 2 ਮਹੀਨਿਆਂ ਤੱਕ ਦਿੱਲੀ ਦੇ ਵਿੱਚ ਲਾਕਡਾਊਨ ਹੀ ਲੱਗਿਆ ਰਹੇਗਾ। ਕੇਜਰੀਵਾਲ ਨੇ ਕਿਹਾ ਕਿ ਅਸੀਂ ਇਹ ਕਦਮ ਹੈ ਜਿਹੜਾ ਆਰਥਿਕ ਸੰਕਟ ਦੇ ਹਾਲਾਤ ਵਿੱਚ ਗਰੀਬ ਲੋਕਾਂ ਦੀ ਮਦਦ ਕਰਨ ਦੇ ਲਈ ਇਹ ਕਦਮ ਹੈ ਜਿਹੜਾ ਉਹ ਅਸੀਂ ਚੁੱਕਿਆ ਹੈ। ਕੇਜਰੀਵਾਲ ਸਰਕਾਰ ਨੇ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਕੱਲ ਚਿੱਠੀ ਲਿਖ ਕੇ ਫੌਜ ਦੀ ਮਦਦ ਮੰਗੀ ਹੈ ਕਿ ਦਿੱਲੀ ਦੇ ਵਿੱਚ ਫੌਜ ਤਾਇਨਾਤ ਕੀਤੀ ਜਾਵੇ। ਉਸ ਦਾ ਹਾਲੇ ਤੱਕ ਕੇਂਦਰ ਸਰਕਾਰ ਨੇ ਜਵਾਬ ਨਹੀਂ ਦਿੱਤਾ, ਜਿਸ ਤੇ ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਹੁਕਮ ਦਿੱਤੇ ਨੇ ਕਿ ਇਸ ਚਿੱਠੀ ਦਾ ਜਵਾਬ ਦਿੱਤਾ ਜਾਵੇ। ਇਹ ਚਿੱਠੀ ਕੋਵਿਡ-19 ਨਾਲ ਜੁੜੀਆਂ ਸਿਹਤ ਸਹੂਲਤਾਂ, ਜਿਨ੍ਹਾਂ ਦੇ ਵਿੱਚ 10,000 ਆਕਸੀਜਨ ਵਾਲੇ ਬੈੱਡ, 1,000 ICU ਬੈੱਡ ਚਲਾਉਣ ਦੇ ਲਈ ਫੌਜ ਦੀ ਮਦਦ ਬਾਰੇ ਲਿਖੀ ਗਈ ਹੈ। ਇਹ ਜਿਹੜੀ ਚਿੱਠੀ ਹੈ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਰਾਜਨਾਥ ਸਿੰਘ ਨੂੰ ਲਿਖੀ ਹੈ ਤੇ ਹਾਈ ਕੋਰਟ ਨੇ ਕਿਹਾ ਕਿ ਜਲਦੀ ਇਸ ਦਾ ਉੱਤਰ ਦਿੱਤਾ ਜਾਵੇ, ਕਿਉਂਕਿ ਐਮਰਜੈਂਸੀ ਹਾਲਾਤਾਂ ਦੇ ਨਾਲ ਜੁੜੀ ਚਿੱਠੀ ਹੈ। ਇਸ ਤੇ ਕੇਂਦਰ ਸਰਕਾਰ ਦੇ ਵੱਲੋਂ ਜਿਹੜੇ ਐਡੀਸ਼ਨਲ ਸੋਲਿਸਿਟਰ ਜਨਰਲ ਚੇਤਨ ਸ਼ਰਮਾ ਪੇਸ਼ ਹੋਏ ਸੀ, ਉਹਨਾਂ ਨੇ ਕੋਰਟ ਨੂੰ ਕਿਹਾ ਕਿ ਰੱਖਿਆ ਮੰਤਰੀ ਖੁਦ ਇਸ ਮਸਲੇ ਨੂੰ ਦੇਖ ਰਹੇ ਨੇ ਤੇ ਕੋਰਟ ਤੋਂ ਸਾਨੂੰ ਕੁਝ ਸਮਾਂ ਜਿਹੜਾ ਉਹ ਚਾਹੀਦਾ। ਉਸ ਤੇ ਕੋਰਟ ਨੇ ਜਵਾਬ ਦਿੱਤਾ ਕਿ ਇਹ ਇੱਕ ਕੌਮੀ ਆਫਤ ਹੈ, ਕੌਮੀ ਸੰਕਟ ਹੈ, ਵੱਡਾ ਸੰਕਟ ਹੈ, ਜਲਦੀ ਜਵਾਬ ਦਿਓ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕੋਵਿਡ ਦੇ ਵਧਦੇ ਕੇਸਾਂ ਦੇ ਕਾਰਨ ਸੂਬੇ ਦੇ ਵਿੱਚ 15 ਮਈ ਤੱਕ ਮੁਕੰਮਲ ਲਾਕਡਾਊਨ ਦਾ ਐਲਾਨ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਫਤ ਪ੍ਰਬੰਧਨ ਸਮੂਹ ਤਾਲਾਬੰਦੀ ਬਾਰੇ ਵਿਸਥਾਰ ਦਿਸ਼ਾ ਨਿਰਦੇਸ਼ਾਂ ਬਾਰੇ ਫੈਸਲਾ ਕਰੇਗਾ। ਫਿਲਹਾਲ 15 ਮਈ ਤੱਕ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ ਤੇ ਸਾਰਾ ਕੁਝ ਬੰਦ ਰਹੇਗਾ। ਇਸ ਦਰਮਿਆਨ ਇਹ ਖਬਰਾਂ ਮਿਲ ਰਹੀਆਂ ਨੇ, ਪਰ ਬਾਕੀ ਜਿਹੜੇ ਗਾਈਡਲਾਈਨਸ ਨੇ ਉਹ ਆਫਤ ਪ੍ਰਬੰਧਨ ਗਰੁੱਪ ਦੇ ਵੱਲੋਂ ਜਾਰੀ ਕੀਤੇ ਜਾਣਗੇ। ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਦੇਸ਼ ਦੇ ਵਿੱਚ ਲਾਕਡਾਊਨ ਲਾਉਣ ਦੀ ਮੰਗ ਕੀਤੀ ਹੈ। ਕਿਹਾ ਕਿ ਇੱਕੋ ਇੱਕ ਹੱਲ ਹੈ ਕਰੋਨਾ ਮਹਾਮਾਰੀ ਉੱਤੇ ਕਾਬੂ ਪਾਉਣ ਦਾ। ਟਵੀਟ ਕੀਤਾ ਰਾਹੁਲ ਗਾਂਧੀ ਨੇ ਕਿਹਾ, ਮੈਂ ਸਾਫ਼ ਕਹਿਣਾ ਚਾਹੁੰਦਾ ਕਿ ਤਾਲਾਬੰਦੀ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਹੈ, ਕਿਉਂਕਿ ਸਰਕਾਰ ਦੇ ਕੋਲ ਰਣਨੀਤੀ ਹੀ ਨਹੀਂ ਹੈ। ਇਹਨਾਂ ਲੋਕਾਂ ਨੇ ਵਾਇਰਸ ਨੂੰ ਇਸ ਪੱਧਰ ਤੱਕ ਫੈਲਾਉਣ ਦੀ ਮਦਦ ਕੀਤੀ ਹੈ ਕਿ ਹੁਣ ਇਸ ਨੂੰ ਰੋਕਣ ਦਾ ਲਾਕਡਾਊਨ ਤੋਂ ਬਿਨਾਂ ਕੋਈ ਤਰੀਕਾ ਨਹੀਂ ਬਚਦਾ। ਭਾਰਤ ਦੇ ਖਿਲਾਫ ਇੱਕ ਜੁਰਮ ਕੀਤਾ ਜਾ ਚੁੱਕਿਆ ਹੈ ਭਾਰਤ ਦੀ ਸਰਕਾਰ ਦੇ ਵੱਲੋਂ। ਇਸ ਤੋਂ ਥੋੜੀ ਦੇਰ ਪਹਿਲਾਂ ਇੱਕ ਹੋਰ ਟਵੀਟ ਰਾਹੁਲ ਗਾਂਧੀ ਨੇ ਲਿਖਿਆ ਸੀ ਕਿ ਭਾਰਤ ਸਰਕਾਰ ਨੂੰ ਸਮਝ ਵਿੱਚ ਨਹੀਂ ਆ ਰਿਹਾ ਕਿ ਕਰੋਨਾ ਨੂੰ ਰੋਕਣ ਦਾ ਇੱਕਮਾਤਰ ਤਰੀਕਾ ਸਿਰਫ ਸੰਪੂਰਨ ਲਾਕਡਾਊਨ ਹੈ, ਜਿਹਦੇ ਵਿੱਚ ਗਰੀਬ ਲੋਕਾਂ ਨੂੰ ਸਰਕਾਰ ਦੇ ਵੱਲੋਂ ਮਦਦ ਵੀ ਦਿੱਤੀ ਜਾਵੇ। ਭਾਰਤ ਸਰਕਾਰ ਕਾਰਵਾਈ ਨਹੀਂ ਕਰ ਰਹੀ, ਇਸ ਕਰਕੇ ਮਾਸੂਮ ਲੋਕਾਂ ਦੀ ਜਾਨ ਜਾ ਰਹੀ ਹੈ। ਕੋਵਿਡ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ IPL ਨੂੰ ਅਣਮਿੱਥੇ ਸਮੇਂ ਦੇ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਲੀਗ ਦੇ ਚੇਅਰਮੈਨ ਬ੍ਰਿਜੇਸ਼ ਪਟੇਲ ਨੇ ਦੱਸਿਆ ਕਿ ਕੋਸ਼ਿਸ਼ ਰਹੇਗੀ ਕਿ ਟੂਰਨਾਮੈਂਟ ਛੇਤੀ ਸ਼ੁਰੂ ਹੋਵੇ, ਪਰ ਇਸ ਮਹੀਨੇ ਮੈਚ ਕਰਵਾਉਣੇ ਅਸੰਭਵ ਨੇ, ਯਾਨੀ ਕਿ ਪੂਰਾ ਮਈ ਮਹੀਨਾ ਤਾਂ IPL ਦੁਬਾਰਾ ਸ਼ੁਰੂ ਨਹੀਂ ਹੋ ਸਕੇਗਾ। ਅਮਰੀਕਾ ਨੇ ਕੋਵਿਡ-19 ਮਹਾਮਾਰੀ ਦੇ ਸਭ ਤੋਂ ਖਤਰਨਾਕ ਦੌਰ ਦੇ ਵਿੱਚੋਂ ਲੰਘ ਰਹੇ ਭਾਰਤ ਤੋਂ ਆਉਣ ਵਾਲੇ ਲੋਕਾਂ ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਸੀ। ਉਹ 4 ਮਈ ਤੋਂ ਸ਼ੁਰੂ ਹੋ ਚੁੱਕਿਆ ਹੈ। ਰਾਸ਼ਟਰਪਤੀ ਜੋ ਬਾਈਡਨ ਦੇ ਹੁਕਮ ਨੇ ਜਿਹੜੇ ਉਹ 4 ਮਈ ਤੋਂ ਲਾਗੂ ਹੋ ਗਏ ਨੇ। ਰਾਸ਼ਟਰਪਤੀ ਨੇ ਕਿਹਾ ਕਿ ਉਹ ਲੋਕ ਜਿਹੜੇ ਅਮਰੀਕਾ ਦੇ ਨਾਗਰਿਕ ਨਹੀਂ ਹਨ ਤੇ ਪਿਛਲੇ 14 ਦਿਨਾਂ ਤੋਂ ਭਾਰਤ ਵਿੱਚ ਰਹਿ ਰਹੇ ਨੇ, ਉਹ ਹੁਣ ਅਮਰੀਕਾ ਨਹੀਂ ਆ ਸਕਦੇ ਤੇ ਇਹ ਹੁਕਮ ਨੇ ਜਿਹੜੇ ਅਣਮਿੱਥੇ ਸਮੇਂ ਲਈ ਲਾਗੂ ਕੀਤੇ ਗਏ ਨੇ, ਯਾਨੀ ਕਿ ਅਗਲਾ ਹੁਕਮ ਹੁਣ ਜਦੋਂ ਰਾਸ਼ਟਰਪਤੀ ਜੋ ਬਾਈਡਨ ਦੇਣਗੇ ਉਦੋਂ ਤੱਕ ਇਹ ਜਿਹੜੀਆਂ ਪਾਬੰਦੀਆਂ ਨੇ ਇਹ ਲਾਗੂ ਰਹਿਣਗੀਆਂ। ਅਮਰੀਕਾ ਨੇ ਆਪਣੇ ਨਾਗਰਿਕਾਂ, ਗ੍ਰੀਨ ਕਾਰਡ ਧਾਰਕਾਂ, ਉਹਨਾਂ ਦੇ ਗੈਰ ਅਮਰੀਕੀ ਜੀਵਨ ਸਾਥੀਆਂ ਤੇ 21 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਸਣੇ ਵੱਖ-ਵੱਖ ਵਰਗਾਂ ਨੂੰ ਇਸ ਪਾਬੰਦੀ ਤੋਂ ਛੋਟ ਜ਼ਰੂਰ ਦਿੱਤੀ ਹੈ। ਕੋਰੋਨਾ ਸੰਕਟ ਨਾਲ ਜੂਝਦੇ ਭਾਰਤ ਦੇ ਲਈ ਵਿਦੇਸ਼ਾਂ ਤੋਂ ਮਦਦ ਪਹੁੰਚਣ ਦਾ ਸਿਲਸਿਲਾ ਜਾਰੀ ਹੈ। ਅਮਰੀਕਾ, ਬਰਤਾਨੀਆ, UAE, ਕੁਵੈਤ ਤੋਂ ਆਕਸੀਜਨ ਦੇ ਸਿਲੰਡਰ ਤੇ ਕਨਸੈਂਟਰੇਟਰ ਪਹੁੰਚ ਚੁੱਕੇ ਨੇ ਭਾਰਤ ਦੇ ਵਿੱਚ। ਇਸ ਦੇ ਨਾਲ ਹੀ ਰੂਸ ਤੋਂ ਸਪੁਤਨਿਕ V ਟੀਕੇ ਦੀ ਖੇਪ ਹੈ ਜਿਹੜੀ ਪਹਿਲੀ, ਉਹ ਵੀ ਭਾਰਤ ਪਹੁੰਚ ਚੁੱਕੀ ਹੈ। ਪਰ ਇਸ ਦੀ ਵੰਡ ਹੈ ਜਿਹੜੀ ਕੇਂਦਰ ਸਰਕਾਰ ਦੇ ਵੱਲੋਂ ਕਿਸ ਆਧਾਰ ਤੇ ਕੀਤੀ ਜਾ ਰਹੀ ਹੈ, ਕਿਵੇਂ ਸੂਬਿਆਂ ਨੂੰ ਇਹ ਟੀਕਾ ਵੰਡਿਆ ਜਾ ਰਿਹਾ ਹੈ ਜਾਂ ਆਕਸੀਜਨ ਸਿਲੰਡਰ ਵੰਡੇ ਜਾ ਰਹੇ ਨੇ, ਇਹ ਜਿਹੜੀ ਰਣਨੀਤੀ ਹੈ, ਇਹ ਨੀਤੀ ਹੈ, ਇਸ ਦੇ ਵਿੱਚ ਕੋਈ ਟ੍ਰਾਂਸਪੇਰੈਂਸੀ ਨਹੀਂ ਹੈ। ਕੇਂਦਰ ਸਰਕਾਰ ਨੇ ਕੋਰੋਨਾ ਦੇ ਹਾਲਾਤਾਂ ਦੇ ਉੱਤੇ ਬੈਠਕ ਕੀਤੀ ਹੈ ਤੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਸਮੇਤ ਕੁਝ ਸੂਬਿਆਂ ਦੇ ਵਿੱਚ ਹੁਣ ਕੋਰੋਨਾ ਦੇ ਕੇਸ ਘਟਣ ਦੇ ਸੰਕੇਤ ਮਿਲ ਰਹੇ ਨੇ, ਜਦਕਿ ਕੁਝ ਸੂਬਿਆਂ ਦੇ ਵਿੱਚ ਹਾਲਾਤ ਹਾਲੇ ਵੀ ਗੰਭੀਰ ਨੇ। ਕੇਂਦਰ ਸਰਕਾਰ ਨੇ ਦੱਸਿਆ ਕਿ ਪੰਜਾਬ, ਦਿੱਲੀ, ਛੱਤੀਸਗੜ੍ਹ ਅਤੇ ਮਹਾਰਾਸ਼ਟਰ ਸਮੇਤ ਦੇਸ਼ ਦੇ 13 ਸੂਬਿਆਂ ਦੇ ਵਿੱਚ ਕੋਰੋਨਾ ਦੇ ਕੇਸ ਘਟਣ ਦੇ ਮੁੱਢਲੇ ਸੰਕੇਤ ਦਿਖਣੇ ਸ਼ੁਰੂ ਹੋ ਗਏ ਨੇ, ਪਰ ਬਿਹਾਰ, ਰਾਜਸਥਾਨ, ਸਿੱਕਿਮ, ਤਾਮਿਲਨਾਡੂ, ਤ੍ਰਿਪੁਰਾ ਤੇ ਪੱਛਮੀ ਬੰਗਾਲ ਦੇ ਵਿੱਚ ਕੇਸ ਵਧਣ ਦਾ ਰੁਝਾਨ ਦਿਖਾਈ ਦੇ ਰਿਹਾ ਹੈ। ਪੱਛਮੀ ਬੰਗਾਲ ਜਿੱਥੇ ਹੁਣੇ ਵੋਟਾਂ ਪੈ ਕੇ ਹਟੀਆਂ ਨੇ, ਨਵੀਂ ਸਰਕਾਰ ਬਣੀ ਹੈ,
पर मार्च ते अप्रैल लगातार जदों सरकार भी उत्थे अपनी पूरी फौज लैके डटी हुई सी उदों कोरोना किसी नूं याद नहीं सी। पर हुण केंद्र सरकार ही कह रही है कि पश्चिमी बंगाल दे विच भी केस वध रहे ने। एयर इंडिया दी लंघे बुधवार नूं अमृतसर तो रोम उड़ान दे विच सवार 30 यात्रियों नूं इटली पहुंचण ते कोरोना वायरस की पुष्टि हुई है। जहाज कारोबार नाल जुड़े सूत्रां ने दस्सिया है कि 30 यात्रियों विच घट तो घट हवाई जहाज के अमले के 2 मैंबर भी शामिल ने। इटली की सरकार ने कोरोना पीड़ित मिले लोगों के नाल ही जहाज विच सवार सारे 242 यात्रियों नूं एकांतवास कर दिता है। इटली की सरकार ने लंघे हफ्ते हुक्म जारी करके भारत तो आने वाले सारे यात्रियों नूं 10-10 दिनों के क्वारंटीन दे विच भेजण दे हुक्म भी जारी किए ने। हरियाणा दे विच 1 हफ्ते का लॉकडाउन लग्या होया। इस दरमियान अंबाला तो कुछ तस्वीरां सामने आईयां ने जिथे अंबाला जिले की जिहड़ी पुलिस है उसने साइकिल सवार लोगों नूं सज़ा दित्ती है जिहड़े कि लॉकडाउन के नियमां की उलंघना कर रहे सी। साइकिल कुछ तो लोग अपने शौक नूं चला रहे सी, अपनी सेहत नूं लैके साइकलिंग कर रहे सी, कुछ लोग साइकिल ते अपने कंमां कारां नूं भी जा रहे सी ते उत्थे फिर उन्हां सारे लोकां नूं अंबाला जिले की पुलिस ने सड़क के उत्ते लाइनां बना के उठक बैठक करवाई। पुलिस ने दस्सिया कि उलंघना करने वालियां नूं फिलहाल चेतावनी दे के छड्ड दिंदे आ असीं, पर उस तो बाद जिहड़ी आफत प्रबंधन एक्ट है, जिहड़ा महामारी एक्ट है, उस दे तहत कार्रवाई करांगे। सो पुलिस ने पिछले साल वाला काम फिर फड़ लिया कि लोग जिहड़े तालाबंदी की उलंघना करते हैं उन्हां नूं उठक बैठक करवाउणी। पर पिछले साल तो बहुत ही भयानक तस्वीरां भी सामने आईयां सी जदों पुलिस बेतहाशा लोकां नूं कुੱਟਦੀ भी नज़र आउंदी सी। आस करदे हां कि इस वारी पुलिस लॉकडाउन के नियमां नूं लागू करवाउण दे लई इहो जिहियां जिहड़ियां कार्रवाईयां ने वो बिल्कुल नहीं करेगी। उठक बैठक दीयां तस्वीरां ने जिहड़ियां ये तुसीं देख सकदे हो। कानून का पालन करेंगे, पालन करेंगे। इसके हमारा चीज के हम लॉकडाउन का पालन करेंगे। बोलो जोर से करो। हम लॉकडाउन का पालन करेंगे। बोलो हम लॉकडाउन का पालन करेंगे। नहीं बोलेगा हम लॉकडाउन का पालन करेंगे। 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 हम लॉकडाउन पालन करेंगे। हम लॉकडाउन का पालन करेंगे। लुधियाना तो तस्वीरां तुहानूं दिखाउने आ जिथे लुधियाना जिले के अपने पितरी सूबिਆਂ ਨੂੰ वापस जा रहे प्रवासी कामिਆਂ ਨੂੰ रोकਣ ਦੇ ਲਈ बीजेपी लीडरां ने फुੱਲ ਦਿੱਤੇ। फुੱਲ ਦੇ ਕੇ ਇਹਨਾਂ ਮਜ਼ਦੂਰਾਂ ਨੂੰ रोकਣ ਦੀ कोशिश की। बीजेपी लीडर ने दस्सिया कि मेरा पंजाब ਦੇ ਵਿੱਚ उद्योग है, यानी कि मेरी फैक्ट्री लगी हुई है, इस करके तुसीं मेरी फैक्ट्री ਦੇ ਵਿੱਚ आ के काम कर लो। ਅਸੀਂ हथ जोड़ के ਤੁਹਾਨੂੰ फुੱਲ ਦੇ ਕੇ रोकना ਚਾਹੁੰਦੇ ਹਾਂ क्योंकि तुसीं घबराहट ਦੇ ਵਿੱਚ ਆਪਣੇ सूबिਆਂ ਦੇ ਵਿੱਚ जा रहे हो, ਤੁਹਾਡੇ ਲਈ ਇੱਥੇ बहुत काम है। दिल्ली सिख गुरुद्वारा मैनेजमेंट कमेटी ਦੇ ਵੱਲੋਂ इतिहासिक गुरुद्वारा रकाबगंज साहिब विखे कोरोना मरीजों के लिए कोविड केयर सेंटर बनाया गया है। इसका नाम श्री गुरु तेग बहादुर साहिब के नाम से रखा गया ते 250 बेडां का प्रबंध किया गया है। इत्थे मरीजों के इलाज के लिए पूरे प्रबंध किए गए ने ते ये जिहड़ा कोविड केयर सेंटर है 5 मई नूं शुरू हो रहा है। इसकी जिहड़ी बहुत चर्चा हो रही है कि कोरोना दे टाइम सिख भाईचारा जिहड़ा वो बहुत वड्डी गिणती दे विच मदद दे लई अगे आया है। पूरी दुनिया दे विच सिख भाईचारे ने इस जिहड़ा इस दौर दे विच, इस मुश्किल दौर दे विच मनुखता दी सेवा कीती है। उस तरह की मिसाल है जिहड़ी दिल्ली सिख गुरुद्वारा मैनेजमेंट कमेटी ने दित्ती है। एक कोविड केयर सेंटर बना के इसदे विच ऑक्सीजन दे सिलेंडर, ऑक्सीजन दे जिहड़े मशीनां हैगियां ने वो लाईयां गईयां ने। पूरा प्रबंध है जिहड़ा वो कोविड केयर सेंटर दे विच कीता गया है। सेंटर दे विच 100 ऑक्सीजन कॉन्सनट्रेटर ते होर सेहत सहूलतां दा पूरा प्रबंध कीता है। इसकी जानकारी डीएससीएमसी प्रधान मनजिंदर सिंह सिरसा ने दित्ती है। दस्सिया कि मरीजां दी दवाई, खाण पीण दा सारा खर्चा दिल्ली सिख गुरुद्वारा मैनेजमेंट कमेटी दे वल्लों कीता जाएगा। इत्थे सिर्फ वही मरीज आ सकणगे जिन्हां नूं ऑक्सीजन दी लोड़ है ते जिन्हां दी हालत गंभीर नहीं है उन्हां दा इलाज इत्थे नहीं कीता जावेगा। सिर्फ गंभीर मरीजां दे इलाज लई यह 250 बैडां दा कोविड केयर सेंटर बनाया गया है। इस दे नाल ही दिल्ली दे कई गुरु घरां दे विच ऑक्सीजन दे लंगर भी लाए जा रहे ने जिथों मरीज आके ऑक्सीजन लै रहे ने जिन्हां दी ऑक्सीजन घट रही है। कोरोना के केस जिवें जिवें वध रहे ने लोकां दे मन दे विच डर है, जिहड़ा दहशत दा माहौल है वो भी उन्ना ही वधदा जा रहा है। लोग कोरोना तो बचाव दे लई हर हीला वरत रहे ने। डॉक्टरां दी सलाह तो बिना नुस्खे ने जिहड़े वो अपनाए जा रहे ने। इस दरमियान एम्स के डायरैक्टर डॉक्टर रणदीप गुलेरिया ने धड़ाधड़ सीटी स्कैन करवाउण वाले लोकां नूं चेतावनी दित्ती है। डॉक्टर ने कहा कि एक सीटी स्कैन छाती दे 300 तो 400 एक्सरे कराउण दे बराबर है ते छोटी उम्र दे विच
ਸੀਟੀ ਸਕੈਨ ਕਰਾਉਣ ਦੇ ਨਾਲ ਕੈਂਸਰ ਦਾ ਖਤਰਾ ਵੱਧਦਾ ਹੈ ਤੇ ਆਪਣੇ ਸਰੀਰ ਨੂੰ ਵਾਰ-ਵਾਰ ਰੇਡੀਏਸ਼ਨ ਚੋਂ ਲੰਘਾਉਣ ਨਾਲ ਬਹੁਤ ਨੁਕਸਾਨ ਹੁੰਦਾ ਹੈ। ਇਸ ਲਈ ਹਲਕਾ ਕਰੋਨਾ ਹੋਣ ਜਾਂ ਆਮ ਸਾਹ ਆਉਣ ਤੇ ਸੀਟੀ ਸਕੈਨ ਕਰਵਾਉਣ ਦੀ ਕੋਈ ਲੋੜ ਨਹੀਂ ਹੈ। ਜੇ ਬਾੜਾ ਮੋਟਾ ਤੁਹਾਡਾ ਸਾਹ ਤਕਲੀਫ ਦੇ ਨਾਲ ਆ ਰਿਹਾ ਹੈ, ਉਂਝ ਵੀ ਆਪਣਾ ਜੋ ਜ਼ੁਕਾਮ ਹੁੰਦੀ ਹੈ, ਖੰਘ ਹੁੰਦੀ ਹੈ, ਸਾਹ ਦੇ ਵਿੱਚ ਥੋੜੀ ਤਕਲੀਫ ਹੁੰਦੀ ਹੈ ਕਿਉਂਕਿ ਗਲੇ ਦੇ ਵਿੱਚ ਸੋਜਿਸ਼ ਆ ਜਾਂਦੀ ਹੁੰਦੀ ਹੈ, ਨੱਕ ਹੈ ਜਿਹੜਾ ਉਹ ਬੰਦ ਹੋ ਜਾਂਦਾ ਹੁੰਦਾ ਹੈ। ਇਸ ਕਰਕੇ ਥੋੜਾ ਸਬਰ ਰੱਖੋ। ਡਾਕਟਰ ਨੇ ਕਿਹਾ ਕਿ ਸੀਟੀ ਸਕੈਨ ਨਾ ਕਰਵਾਓ। ਤੁਸੀਂ ਸੋਚੋ ਕਿ ਇੱਕ ਵਾਰੀ ਸੀਟੀ ਸਕੈਨ ਛਾਤੀ ਦੇ 300 ਤੋਂ 400 ਐਕਸਰੇ ਕਰਾਉਣ ਦੇ ਬਰਾਬਰ ਹੈ। ਸੋਚੋ ਕਿੰਨੀ ਰੇਡੀਏਸ਼ਨ ਸਰੀਰ ਦੇ ਵਿੱਚੋਂ ਤੁਸੀਂ ਲੰਘਾ ਲੈਂਦੇ ਹੋਵੋਗੇ। ਦੇਸ਼ ਦੇ 5 ਸੂਬਿਆਂ ਦੀਆਂ ਵਿਧਾਨ ਸਭਾਵਾਂ ਦੇ ਵਿੱਚ ਜਿਵੇਂ ਹੀ ਚੋਣ ਨਤੀਜੇ ਆਏ, ਉਸ ਤੋਂ ਬਾਅਦ ਤੇਲ ਮਾਰਕੀਟਿੰਗ ਕੰਪਨੀਆਂ ਨੇ 18 ਦਿਨਾਂ ਬਾਅਦ ਪੈਟਰੋਲ ਦੀਆਂ ਕੀਮਤਾਂ ਦੇ ਵਿੱਚ 15 ਪੈਸੇ ਪ੍ਰਤੀ ਲੀਟਰ ਤੇ ਡੀਜ਼ਲ ਦੇ ਵਿੱਚ 18 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਯਾਨੀ ਕਿ ਪੈਟਰੋਲ ਪੂਰੇ ਦੇਸ਼ ਦੇ ਵਿੱਚ 15 ਪੈਸੇ ਤੇ ਡੀਜ਼ਲ 18 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ। ਅਗਲੀ ਖਬਰ ਬਰਗਾੜੀ ਕਾਂਡ ਦੇ ਨਾਲ ਜੁੜੀ ਹੋਈ ਹੈ। ਸੀਨੀਅਰ ਐਡਵੋਕੇਟ ਅਮਰ ਸਿੰਘ ਚਾਹਲ ਨੇ ਆਪਣੇ ਵਕੀਲਾਂ ਦੇ ਪੈਨਲ ਦੇ ਨਾਲ ਚੰਡੀਗੜ੍ਹ ਦੇ ਪ੍ਰੈਸ ਕਲੱਬ ਦੇ ਵਿੱਚ ਬਰਗਾੜੀ ਕਾਂਡ ਮਾਮਲੇ ਦੇ ਹਾਈ ਕੋਰਟ ਵੱਲੋਂ ਜੋ ਫੈਸਲੇ ਨੂੰ ਖਾਰਜ ਕੀਤਾ ਗਿਆ ਹੈ, ਉਸ ਦੀ ਜੱਜਮੈਂਟ ਤੇ ਕਾਨੂੰਨੀ ਦਲੀਲਾਂ ਦੇ ਰਾਹੀਂ ਪੁਣ ਛਾਣ ਕੀਤੀ। ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਵਕੀਲ ਅਮਰ ਸਿੰਘ ਚਾਹਲ ਨੇ ਕਿਹਾ ਕਿ ਇਸ ਤੋਂ ਵੱਡੀ ਗੈਰ ਕਾਨੂੰਨੀ ਜੱਜਮੈਂਟ ਹੋ ਹੀ ਨਹੀਂ ਸਕਦੀ। ਯਾਨੀ ਕਿ ਇਹ ਜਿਹੜੀ ਜੱਜਮੈਂਟ ਦਿੱਤੀ ਹੈ ਹਾਈ ਕੋਰਟ ਨੇ, ਜਦੋਂ ਸਿਟ ਦੀ ਰਿਪੋਰਟ ਨੂੰ ਖਾਰਜ ਕੀਤਾ ਤਾਂ ਇੱਕ ਫੈਸਲਾ ਸੁਣਾਇਆ 99 ਪੇਜਾਂ ਦਾ, ਤੇ ਅਮਰ ਸਿੰਘ ਚਾਹਲ ਨੇ ਕਿਹਾ ਕਿ ਇਹ ਜਿਹੜੀ ਜੱਜਮੈਂਟ ਹੈ ਉਹ ਗੈਰ ਕਾਨੂੰਨੀ ਹੈ। ਉਹਨਾਂ ਕਿਹਾ ਕਿ ਮਾਮਲੇ ਦੇ ਵਿੱਚ 2 ਇਨਸਾਨ ਮਾਰ ਦਿੱਤੇ ਗਏ। ਪੁਲਿਸ ਵਾਲਿਆਂ ਨੇ ਬਹੁਤ ਗਲਤ ਕੀਤਾ ਹੈ। ਜੱਜਮੈਂਟ ਦੇ ਵਿੱਚ ਇੱਕ ਲਫ਼ਜ਼ ਵਰਤਿਆ ਗਿਆ ਹਾਈਪਰ ਚਾਰਜ। ਹੈਰਾਨੀ ਦੀ ਗੱਲ ਹੈ ਕਿ ਹਾਈਪਰ ਚਾਰਜ ਉਹਨਾਂ ਲਈ ਵਰਤਿਆ ਗਿਆ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ ਵਿੱਚ ਪ੍ਰੋਟੈਸਟ ਕਰ ਰਹੇ ਸੀ। ਉਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਸੁੱਟਣ ਦਾ ਤਰਕ ਸੀ। ਕੋਟਕਪੂਰਾ ਵਿਖੇ ਇਨਸਾਫ ਮੰਗ ਰਹੇ ਲੋਕਾਂ ਲਈ ਹਾਈਪਰ ਚਾਰਜ ਵਰਤਣਾ, ਇਹ ਸ਼ਬਦ ਵਰਤਣਾ ਕਾਨੂੰਨ ਦੇ ਬਿਲਕੁਲ ਉਲਟ ਹੈ। ਇਹ ਵੀ ਸਵਾਲ ਚੁੱਕਿਆ ਗਿਆ ਕਿ ਬਾਦਲਾਂ ਤੇ ਵੱਡੇ ਪੁਲਿਸ ਅਫਸਰਾਂ ਦਾ ਵੀ ਜ਼ਿਕਰ ਆਇਆ ਜਿਨ੍ਹਾਂ ਨੂੰ ਕਲੀਨ ਚਿੱਟ ਦਿੱਤੀ ਗਈ ਹੈ। ਕਹਿੰਦੇ ਬਾਦਲਾਂ ਨੂੰ ਕਲੀਨ ਚਿੱਟ ਕਿਹੜੀ ਗੱਲ ਦੀ ਦਿੱਤੀ ਗਈ ਹੈ? ਸ਼੍ਰੋਮਣੀ ਅਕਾਲੀ ਦਲ ਨੇ ਤਾਂ ਖੁਸ਼ੀ ਵੀ ਮਨਾ ਲਈ ਹੈ, ਪ੍ਰੈਸ ਕਾਨਫਰੰਸ ਕਰਕੇ ਲੋਕਾਂ ਨੂੰ ਵੀ ਦੱਸ ਦਿੱਤਾ ਕਿ ਅਸੀਂ ਪਾਕ ਸਾਫ਼ ਹਾਂ, ਪਰ ਕਲੀਨ ਚਿੱਟ ਉਹਨਾਂ ਨੂੰ ਦੇਣੀ ਬਣਦੀ ਹੀ ਨਹੀਂ ਸੀ। ਤੇ ਜਿਹੜਾ ਉਹਨਾਂ ਨੇ ਗੈਰ ਕਾਨੂੰਨੀ ਦੱਸਿਆ ਹੈ ਉਹਨਾਂ ਨੇ ਕਿਹਾ ਕਿ ਇੱਕ ਜਿਹੜੀ ਪੂਰੀ ਜਾਂਚ ਰਿਪੋਰਟ ਮੁਕੰਮਲ ਹੋ ਜਾਂਦੀ ਹੈ, ਜਾਂਚ ਦੀ ਪੜਤਾਲ ਮੁਕੰਮਲ ਹੋ ਜਾਂਦੀ ਹੈ, ਉਸ ਨੂੰ ਰੱਦ ਕੀਤਾ ਹੀ ਨਹੀਂ ਜਾ ਸਕਦਾ। ਇਸ ਕਿ ਇਹ ਸਾਰਾ ਕੁਝ ਗੈਰ ਕਾਨੂੰਨੀ ਹੈ। ਵਕੀਲਾਂ ਦੇ ਇਸ ਪੈਨਲ ਨੇ ਕਿਹਾ ਕਿ ਇਸ ਜੱਜਮੈਂਟ ਨੇ ਕੋਰਟ ਤੋਂ ਨਿਆਂ ਦੀ ਆਸ ਲਾ ਕੇ ਬੈਠੇ ਲੋਕਾਂ ਦੀਆਂ ਉਮੀਦਾਂ ਮਾਰ ਦਿੱਤੀਆਂ ਨੇ। ਜੱਜਮੈਂਟ 'ਚੋਂ ਫੈਕਟ ਲੱਭਣੇ ਵਕੀਲਾਂ ਦਾ ਹੱਕ ਹੈ ਤੇ ਅਸੀਂ ਇਹੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜੱਜਮੈਂਟ ਦੇ ਵਿੱਚ ਕੁਝ ਵੀ ਹੋ ਸਕਦਾ ਹੈ, ਕਿਸੇ ਦੇ ਹੱਕ ਵਿੱਚ ਵੀ ਹੋ ਸਕਦੀ ਹੈ, ਸਿਆਸੀ ਪ੍ਰਭਾਵ ਵਿੱਚ ਵੀ ਹੋ ਸਕਦੀ ਹੈ। ਅਸੀਂ ਇਸੇ ਕਰਕੇ ਜੱਜਮੈਂਟ ਦੀ ਛਾਣਬੀਣ ਦੀ ਗੱਲ ਕਰ ਰਹੇ ਹਾਂ। ਹਾਲਾਂਕਿ ਸਾਨੂੰ ਪਤਾ ਹੈ ਕਿ ਸਾਡਾ ਇਹ ਕੰਮ ਬਹੁਤ ਛੋਟੀ ਅੱਖ ਵਾਲਾ ਹੈ। ਦੂਸਰੇ ਪਾਸੇ ਸਰਕਾਰ ਦਾ ਆਪਣਾ ਵੱਡਾ ਲੀਗਲ ਸਿਸਟਮ ਹੈ, ਫਿਰ ਵੀ ਕਹਿੰਦੇ ਆ ਕਿ ਨਵੀਂ ਸਿੱਟ ਬਣਨੀ ਚਾਹੀਦੀ ਹੈ। ਕੋਰਟ ਨੇ ਤਾਂ ਸਾਰੇ ਤੇ ਕਾਟਾ ਹੀ ਮਾਰ ਕੇ ਰੱਖ ਦਿੱਤਾ ਹੈ ਕਿ ਜਿਵੇਂ ਕੁਝ ਵਾਪਰਿਆ ਹੀ ਨਹੀਂ ਹੁੰਦਾ। ਕੁੰਵਰ ਪ੍ਰਤਾਪ ਸਿੰਘ ਨੇ ਤਾਂ ਆਪਣਾ ਇੰਨਾ ਹੀ ਤਰਕ ਦੇ ਕੇ ਨੌਕਰੀ ਛੱਡ ਦਿੱਤੀ ਕਿ ਮੈਂ ਇਮਾਨਦਾਰੀ ਨਾਲ ਕੰਮ ਕੀਤਾ ਹੈ, ਬਾਕੀ ਉਹ ਮਾਲਕ ਦੇਖੇਗਾ। ਇਸ ਤੋਂ ਵੱਡਾ ਨੈਤਿਕ ਧਰਮ ਕੀ ਹੋ ਸਕਦਾ ਹੈ ਕਿ ਨੌਕਰੀ ਹੀ ਤਿਆਗ ਦਿੱਤੀ। ਹੁਣ ਜੱਜਮੈਂਟ 'ਚ ਸਿਰਫ ਇੱਕੋ ਗੱਲ ਸੈਂਸਿਟਿਵ ਦਾ ਲਫ਼ਜ਼ ਲੈ ਕੇ ਤੇ ਇਹ ਕਹਿ ਦੇਣਾ ਵੀ ਉਹ ਜਿਹੜੀ ਗਲਤ FIR ਰਿਕਾਰਡ ਹੋਈ ਹੈ, ਜਦੋਂ ਕਿ FIR ਨੰਬਰ 129 ਜਿਹੜੀ ਬਾਜੀਖਾਨੇ ਦੀ ਸੀ ਤੇ FIR ਨੰਬਰ 130 ਉਹ ਵੀ ਬਾਜੀਖਾਨੇ ਸੀ। ਉਹਦਾ ਤੇ ਇਹਦੇ ਕੇਸ ਨਾਲ ਕੋਈ ਵਾਸਤਾ ਹੀ ਨਹੀਂ ਸੀ। ਔਰ ਇਹ ਹਾਈਪਰ ਚਾਰਜ ਉਹਨਾਂ ਨੂੰ ਲੋਕਾਂ ਨੂੰ ਕਹਿ ਦਿੱਤਾ ਗਿਆ ਜਿਹੜੇ ਅਗਰੀਬ ਪਰਸਨਸ ਹਨ, ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਜਿਹੜਾ ਸੀ ਉਹਦੀ ਬੇਅਦਬੀ ਕੀਤੀ ਗਈ, ਉਹ ਇਨਸਾਫ ਮੰਗ ਰਹੇ ਸਨ ਕਿ ਜਿਨ੍ਹਾਂ ਨੇ ਇਹ ਜੁਰਮ ਕੀਤਾ ਹੈ ਉਹਨਾਂ ਤੇ ਕੇਸ ਲਾ ਕੇ ਉਹਨਾਂ ਨੂੰ ਕੈਦ ਹੋਣੀ ਚਾਹੀਦੀ। ਉਹ ਹਾਈਪਰ ਚਾਰਜ ਕਿੱਦਾਂ ਹੋਏ ਜੀ ਗੈਦਰਿੰਗ? ਤੇ ਨਾਲੇ ਇਹ ਇੰਸੀਡੈਂਟ ਜਿਹੜਾ ਹੈ ਇਨਵੈਸਟੀਗੇਸ਼ਨ ਦੇ ਦਰਮਿਆਨ FIR ਜਿਹੜੀ 129 ਡੇਟਡ 7/8/2018 ਹੈ, ਉਹਦੇ ਵਿੱਚ ਤੇ ਫਾਲਸੀਫਾਈ ਹੋ ਗਿਆ ਵੀ ਇਹ ਇੰਸੀਡੈਂਟ ਦਰਅਸਲ ਪੁਲਿਸ ਵਾਲਾ ਜਿਹੜਾ ਵਰਜਨ ਇਹ ਗਲਤ ਹੈ ਤੇ ਵਰਜਨ ਜਿਹੜੀ ਹੈ ਗਿਵਨ ਔਨ ਦੀ ਬੇਸਿਸ ਆਫ FIR ਲੌਜ ਬਾਈ ਅਜੀਤ ਸਿੰਘ ਉਹ ਕਰੈਕਟ ਹੈ। ਇਹ ਹਾਈਪਰ ਚਾਰਜ ਜਿਹੜੀ ਹੈਗੀ ਆ ਇਹ ਲਫ਼ਜ਼ ਜਿਹੜਾ ਹੈ ਬਿਲਕੁਲ ਗਲਤ ਇਹਦੀ ਇੰਟਰਪ੍ਰੀਟੇਸ਼ਨ ਕਰ ਲਈ ਗਈ। ਇੱਕ ਨਿੱਕੀ ਜਿਹੀ ਗੱਲ ਬਦਲੇ ਇਸ ਨੂੰ ਇਨਵੈਸਟੀਗੇਸ਼ਨ ਨੂੰ ਇਨਵੈਲਿਡ ਕਰਨਾ ਇਹ ਗੈਰ ਕਾਨੂੰਨੀ ਹੈ, ਇਹ ਨਹੀਂ ਸੀ ਹੋਣਾ ਚਾਹੀਦਾ। ਮਾਨਸਾ ਜ਼ਿਲ੍ਹੇ ਦੇ ਵਿੱਚ ਲੋਕਾਂ ਨੇ ਇੱਕ ਪੁਲਿਸ ਸਟੇਸ਼ਨ ਨੂੰ ਘੇਰ ਲਿਆ। ਲੋਕਾਂ ਨੇ ਪੁਲਿਸ ਤੇ ਇੱਕ ਦੁਕਾਨਦਾਰ ਨੂੰ ਗ੍ਰਿਫਤਾਰ ਕਰਨ ਦਾ ਦੋਸ਼ ਲਾਇਆ। ਪੁਲਿਸ ਦੀ ਇਸ ਕਾਰਵਾਈ ਤੋਂ ਨਾਰਾਜ਼ ਹੋ ਕੇ ਲੋਕਾਂ ਨੇ ਪੁਲਿਸ ਸਟੇਸ਼ਨ ਨੂੰ ਘੇਰਾ ਪਾ ਲਿਆ। ਲੋਕਾਂ ਦਾ ਦੋਸ਼ ਹੈ ਕਿ ਰਾਤ ਦੇ ਕਰੀਬ 9 ਵਜੇ ਤੱਕ ਸ਼ਰਾਬ ਦੇ ਠੇਕੇ ਵੀ ਖੁੱਲੇ ਰਹਿੰਦੇ ਨੇ, ਤਾਂ ਫਿਰ ਸਿਰਫ ਪੁਲਿਸ ਦੁਕਾਨਦਾਰਾਂ ਤੇ ਹੀ ਕਾਰਵਾਈ ਕਿਉਂ ਕਰਦੀ ਹੈ?
ਇੱਕ ਪਾਸੇ ਨਗਰ ਕੌਂਸਲ ਦੇ ਪ੍ਰਧਾਨ ਦੀ ਦੁਕਾਨ ਖੁੱਲੀ ਹੋਈ ਸੀ ਤੇ ਦੂਸਰੇ ਪਾਸੇ ਇੱਕ ਠੇਕਾ ਵੀ ਖੁੱਲਿਆ ਹੋਇਆ ਸੀ। ਪੁਲਿਸ ਨੇ ਦੁਕਾਨਦਾਰ ਦੇ ਮਾਲਕ ਨੂੰ ਤਾਂ ਚੁੱਕ ਲਿਆਂਦਾ ਪਰ ਠੇਕੇ ਦੇ ਮਾਲਕ ਨੂੰ ਕੁਝ ਵੀ ਨਹੀਂ ਕੀਤਾ ਤੇ ਦੁਕਾਨਦਾਰ ਦਾ ਸਿਰਫ ਇੰਨਾ ਕੁ ਕਸੂਰ ਸੀ ਕਿ ਉਹਨੇ ਸਿਰਫ ਅੱਧਾ ਘੰਟਾ ਲੇਟ ਦੁਕਾਨ ਬੰਦ ਕੀਤੀ ਸੀ। ਲੋਕਾਂ ਨੇ ਕਿਹਾ ਕਿ ਜੇ ਕਾਰਵਾਈ ਕਰਨੀ ਹੈ ਤਾਂ ਸਾਰਿਆਂ ਦੇ ਖਿਲਾਫ ਕਰੋ, ਕੱਲੇ ਦੁਕਾਨਦਾਰਾਂ ਦੇ ਖਿਲਾਫ ਨਾ ਕਰੋ। ਖਬਰ ਪਟਿਆਲਾ ਤੋਂ ਹੈ, ਜਿੱਥੇ ਦਿੱਲੀ ਕੱਟਾ ਐਕਸਪ੍ਰੈਸ ਵੇ ਦੇ ਲਈ ਜ਼ਬਰੀ ਘੱਟ ਰੇਟ ਤੇ ਜ਼ਮੀਨਾਂ ਐਕਵਾਇਰ ਕਰਨ ਦੇ ਖਿਲਾਫ ਪਿਛਲੇ ਸਵਾ ਮਹੀਨੇ ਤੋਂ ਮੁੱਖ ਮੰਤਰੀ ਨਿਵਾਸ ਦੇ ਬਾਹਰ ਧਰਨਾ ਦੇ ਰਹੇ ਕਿਸਾਨਾਂ ਦੀ ਵਿਸ਼ੇਸ਼ ਕਮੇਟੀ ਦੇ ਨਾਲ ਮੀਟਿੰਗ ਹੋਣੀ ਸੀ, ਪਰ ਕਿਸੇ ਕਾਰਨ ਕਰਕੇ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ। ਇਸ ਕਾਰਨ ਪੁਲਿਸ ਨੇ ਕਿਸਾਨਾਂ ਨੂੰ ਟਰੈਕਟਰ ਸਮੇਤ ਸਰਕਟ ਹਾਊਸ ਦੇ ਵਿੱਚ ਦਾਖਲ ਹੋਣ ਤੋਂ ਵੀ ਰੋਕ ਦਿੱਤਾ। ਇਸ ਦੌਰਾਨ ਕਿਸਾਨ ਲੀਡਰ ਡਿੱਕੀ ਜੇਜੀ ਨੇ ਸਰਕਟ ਹਾਊਸ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਉਸ ਨੂੰ ਰੋਕਿਆ, ਜਿਸ ਕਾਰਨ ਸਥਿਤੀ ਤਣਾਅਪੂਰਨ ਬਣ ਗਈ ਸੀ। ਕਿਸਾਨਾਂ ਦੇ ਵੱਲੋਂ 30 ਅਪ੍ਰੈਲ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਦੇ ਵਿੱਚ ਸਥਿਤ ਜਿਹੜਾ ਨਿਊ ਮੋਤੀ ਮਹਿਲ ਹੈ ਉਸ ਦੇ ਪਿੱਛੇ ਸੁਲਰ ਰੋਡ ਤੇ ਲਗਾਤਾਰ ਧਰਨਾ ਲਾਇਆ ਹੋਇਆ ਤੇ ਪੁਲਿਸ ਦੀਆਂ ਮੁਸ਼ਕਲਾਂ ਵੀ ਵਧੀਆਂ ਹੋਈਆਂ ਨੇ। ਪੁਲਿਸ ਨੂੰ ਡਰ ਹੈ ਕਿ ਕਿਤੇ ਕਿਸਾਨ ਕੰਧ ਟੱਪ ਕੇ ਰਾਜੇ ਦੇ ਮਹਿਲ ਦੇ ਵਿੱਚ ਦਾਖਲ ਨਾ ਹੋ ਜਾਣ, ਕਿਉਂਕਿ ਟਰੈਕਟਰਾਂ ਦੀ ਲੰਬੀ ਲਾਈਨ ਬਿਲਕੁਲ ਰਾਜੇ ਦੇ ਮਹਿਲ ਦੀ ਕੰਧ ਦੇ ਨਾਲ ਖੜੀ ਕੀਤੀ ਹੋਈ ਹੈ। ਬਠਿੰਡਾ ਤੋਂ ਖਬਰ ਹੈ, ਜਿੱਥੇ ਆਪਣੇ ਦੋ ਦੋਸਤਾਂ ਨਾਲ ਆਪਣੇ ਜਨਮ ਦਿਨ ਦੀ ਪਾਰਟੀ ਕਰਨ ਗਏ ਪਿੰਡ ਜੇਠੂਕੇ ਦੇ ਰਹਿਣ ਵਾਲੇ ਇੱਕ ਵਕੀਲ ਦੀ ਦੇਰ ਰਾਤ ਰਾਮਪੁਰਾ ਫੂਲ ਦੇ ਕੁਟੀਆ ਪੁਲ ਦੇ ਥੱਲਿਓਂ ਰਜਬਾਹੇ ਦੇ ਵਿੱਚੋਂ ਲਾਸ਼ ਮਿਲੀ ਹੈ, ਜਿਸ ਤੋਂ ਬਾਅਦ ਪਿੰਡ ਦੇ ਵਿੱਚ ਮਾਤਮ ਛਾ ਗਿਆ ਤੇ ਰੋਸ ਦਾ ਮਾਹੌਲ ਹੈ। ਮ੍ਰਿਤਕ ਦੇ ਮੱਥੇ ਤੇ ਲੱਗੇ ਡੂੰਘੇ ਕੱਟ ਦੇ ਨਿਸ਼ਾਨਾਂ ਨੂੰ ਦੇਖ ਕੇ ਪਿੰਡ ਦੇ ਲੋਕਾਂ ਨੇ ਉਸ ਦੇ ਕਤਲ ਕੀਤੇ ਜਾਣ ਦਾ ਇਲਜ਼ਾਮ ਲਾਉਂਦੇ ਹੋਏ ਮ੍ਰਿਤਕ ਪਰਿਵਾਰ ਦੇ ਮੈਂਬਰਾਂ, ਪਿੰਡ ਦੇ ਲੋਕਾਂ ਤੇ ਕਿਸਾਨ ਯੂਨੀਅਨ ਦੀ ਮਦਦ ਦੇ ਨਾਲ ਬਠਿੰਡਾ ਜ਼ੀਰਕਪੁਰ ਕੌਮੀ ਸ਼ਾਹ ਮਾਰਗ ਤੇ ਧਰਨਾ ਲਾਇਆ ਗਿਆ ਤੇ ਪਿੰਡ ਗਿੱਲ ਕਲਾਂ ਦੇ ਨੇੜੇ ਪੈਂਦੇ ਥਾਣਾ ਸਦਰ ਨੂੰ ਪੂਰੀ ਤਰ੍ਹਾਂ ਘੇਰ ਲਿਆ ਗਿਆ। ਥਾਣਾ ਸਦਰ ਦੀ ਪੁਲਿਸ ਦੇ ਵੱਲੋਂ ਸਹਾਰਾ ਸਮਾਜ ਸੇਵਾ ਦੀ ਮਦਦ ਨਾਲ ਲਾਸ਼ ਨੂੰ ਨਹਿਰ ਵਿੱਚੋਂ ਕੱਢ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦਰਅਸਲ ਪਿੰਡ ਜੇਠੂਕੇ ਦੇ ਰਹਿਣ ਵਾਲੇ ਐਡਵੋਕੇਟ ਜਸਪਾਲ ਸਿੰਘ 32 ਸਾਲ ਦੀ ਉਮਰ ਸੀ। ਉਸ ਨੂੰ ਕੱਲ ਸਵੇਰੇ ਉਸਦੇ ਕੁਝ ਦੋਸਤ ਜਨਮ ਦਿਨ ਦੀ ਪਾਰਟੀ ਕਰਨ ਦੇ ਲਈ ਘਰੋਂ ਬੁਲਾ ਕੇ ਲੈ ਕੇ ਗਏ ਤੇ ਸ਼ਾਮ 4 ਵਜੇ ਦੇ ਕਰੀਬ ਦੋਸਤਾਂ ਦਾ ਫੋਨ ਆ ਜਾਂਦਾ ਹੈ ਪਰਿਵਾਰ ਵਾਲਿਆਂ ਨੂੰ ਕਿ ਜਿਹੜਾ ਵਕੀਲ ਹੈ ਐਡਵੋਕੇਟ ਜਸਪਾਲ ਸਿੰਘ ਉਹ ਨਹਿਰ ਦੇ ਵਿੱਚ ਨਹਾਉਣ ਦੇ ਲਈ ਉਤਰਿਆ ਸੀ, ਪਰ ਤੇਜ਼ ਵਹਾਅ ਦੇ ਕਾਰਨ ਰੁੜ ਗਿਆ ਹੈ। ਉਸ ਤੋਂ ਬਾਅਦ ਪਿੰਡ ਵਾਸੀ ਫਟਾਫਟ ਨਹਿਰ ਦੇ ਕੋਲ ਪਹੁੰਚਦੇ ਨੇ। ਰਾਤ 11 ਵਜੇ ਤੱਕ ਉਸ ਦੀ ਲਾਸ਼ ਹੈ ਜਿਹੜੀ ਉਹ ਰਾਮਪੁਰਾ ਫੂਲ ਦੇ ਕੁਟੀਆ ਪੁਲ ਦੇ ਥੱਲੇ ਰਜਬਾਹੇ ਦੇ ਵਿੱਚੋਂ ਮਿਲ ਜਾਂਦੀ ਹੈ। ਪ੍ਰਦਰਸ਼ਨਕਾਰੀ ਕਹਿੰਦੇ ਨੇ ਕਿ ਪੁਲਿਸ ਨੇ ਦੁਪਹਿਰੇ 2 ਵਜੇ ਤੱਕ, ਦੂਸਰੇ ਦਿਨ ਦੀ ਦੁਪਹਿਰ 2 ਵਜੇ ਤੱਕ ਵੀ ਦੋਸ਼ੀਆਂ ਦਾ ਕੋਈ ਥੌ ਪਤਾ ਨਹੀਂ ਲੱਭਿਆ, ਨਾ ਹੀ ਕਿਸੇ ਖਿਲਾਫ ਕੋਈ ਮਾਮਲਾ ਦਰਜ ਕੀਤਾ ਹੈ। ਧਰਨਾਕਾਰੀਆਂ ਨੇ ਕਿਹਾ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਤੱਕ ਧਰਨਾ ਜਾਰੀ ਰਹੇਗਾ। ਸਿੰਘੂ ਬਾਰਡਰ ਤੇ ਕਿਸਾਨਾਂ ਦੀ ਬੈਠਕ ਹੋਈ ਹੈ। ਕਿਸਾਨਾਂ ਨੇ ਇਲਜ਼ਾਮ ਲਾਇਆ ਹੈ ਕਿ ਅਸੀਂ ਰਾਹ ਖੁੱਲਾ ਕਰ ਦਿੱਤਾ ਹੈ। ਕਿੰਨੇ ਦਿਨ ਹੋ ਗਏ, ਇੱਕ ਪਾਸਾ ਖੋਲ ਦਿੱਤਾ ਹੈ ਸਿੰਘੂ ਬਾਰਡਰ ਦਾ, ਕਿਉਂਕਿ ਬੰਦ ਤਾਂ ਸਰਕਾਰ ਨੇ ਕੀਤਾ ਹੋਇਆ, ਬੈਰੀਕੇਡਿੰਗ ਹੈ ਜਿਹੜੀ ਉਹ ਪੁਲਿਸ ਨੇ ਕੀਤੀ ਹੋਈ ਹੈ, ਪਰ ਹਾਲੇ ਤੱਕ ਬੈਰੀਕੇਡਿੰਗ ਨੂੰ ਨਹੀਂ ਹਟਾਇਆ ਗਿਆ। ਜਿਹੜੇ ਉਸ ਰਾਹ ਦੇ ਵਿੱਚ ਟਰੈਕਟਰ ਟਰਾਲੀਆਂ ਖੜੇ ਹੋਏ ਸੀ, ਕਿਉਂਕਿ ਅੱਗੇ ਤਾਂ ਬੈਰੀਕੇਡਿੰਗ ਲੱਗੀ ਸੀ, ਕਿਸਾਨਾਂ ਨੇ ਆਪਣੇ ਹਿਸਾਬ ਦੇ ਨਾਲ ਟਰੈਕਟਰ ਟਰਾਲੀਆਂ ਖੜੇ ਕੀਤੇ ਸੀ, ਉਹ ਸਾਰੇ ਪਾਸੇ ਹਟਾ ਦਿੱਤੇ ਸੀ, ਪਰ ਪੁਲਿਸ ਨੇ ਹਾਲੇ ਤੱਕ ਬੈਰੀਕੇਡਿੰਗ ਨਹੀਂ ਹਟਾਈ ਹੈ। ਉਹਨਾਂ ਨੇ ਦਿੱਲੀ ਪੁਲਿਸ, ਕੇਂਦਰ ਸਰਕਾਰ, ਹਰਿਆਣਾ ਸਰਕਾਰ ਤੇ ਦਿੱਲੀ ਸਰਕਾਰ ਨੂੰ ਰਾਹ ਖੋਲਣ ਦੇ ਲਈ ਅਪੀਲ ਕੀਤੀ ਹੈ ਤਾਂ ਜੋ ਕਰੋਨਾ ਦੇ ਵਿਰੁੱਧ ਪੂਰੀ ਤਾਕਤ ਦੇ ਨਾਲ ਲੜਾਈ ਲੜੀ ਜਾ ਸਕੇ। ਇਸ ਦੇ ਨਾਲ ਹੀ ਕਿਸਾਨ ਲੀਡਰਾਂ ਨੇ ਕਿਹਾ ਕਿ ਦੇਸ਼ ਦੇ ਭਲੇ ਲਈ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ। ਪੰਜਾਬ ਸਰਕਾਰ ਦੇ ਉੱਤੇ ਇਲਜ਼ਾਮ ਲਾਇਆ ਗਿਆ ਕਿ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਲਗਾਤਾਰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਪੁਲਿਸ ਦੇ ਵੱਲੋਂ ਕਿਸਾਨਾਂ ਦੇ ਖਿਲਾਫ ਕੇਸ ਦਰਜ ਕੀਤੇ ਜਾ ਰਹੇ ਨੇ। ਫਿਰੋਜ਼ਪੁਰ ਦੇ ਮਹਿਮਾ ਪਿੰਡ ਦੇ ਕਿਸਾਨਾਂ ਦੇ ਖਿਲਾਫ ਹਾਲ ਹੀ ਵਿੱਚ ਪੁਲਿਸ ਨੇ ਕੇਸ ਦਰਜ ਕੀਤਾ ਹੈ। ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨੇ ਨਿਖੇਧੀ ਕੀਤੀ ਹੈ ਅਤੇ ਇਸ ਦਾ ਵਿਰੋਧ ਕਰਦਿਆਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਕਿਸਾਨਾਂ ਦੇ ਖਿਲਾਫ ਪਰਚੇ ਜਿਹੜੇ ਦਰਜ ਕੀਤੇ ਨੇ ਉਹ ਵਾਪਸ ਲਏ ਜਾਣ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਵੱਖ-ਵੱਖ ਜ਼ੋਨਾਂ ਦੀ ਮੀਟਿੰਗ ਹੋਈ ਹੈ। ਉਸ ਮੀਟਿੰਗ ਦੇ ਵਿੱਚ ਦਿੱਲੀ ਨੂੰ ਜਾਣ ਵਾਲੇ ਅਗਲੇ ਜਿਹੜੇ ਕਾਫਲੇ ਦੀ ਤਿਆਰੀ ਮੁਕੰਮਲ ਕਰ ਲਈ ਗਈ ਹੈ ਤੇ 5 ਮਈ ਨੂੰ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਦਾ ਜਥਾ ਬਿਆਸ ਪੁਲ ਤੋਂ ਰਵਾਨਾ ਹੋਵੇਗਾ ਦਿੱਲੀ ਦੇ ਲਈ। ਕੋਵਿਡ-19 ਮਹਾਮਾਰੀ ਦੀ ਦੂਸਰੀ ਲਹਿਰ ਦੌਰਾਨ ਕਈ ਸੂਬਿਆਂ ਦੇ ਵਿੱਚ ਲਾਕਡਾਊਨ ਲਾਇਆ ਗਿਆ ਹੈ। ਕਿਤੇ ਛੋਟਾ ਲਾਕਡਾਊਨ ਹੈ, ਕਿਤੇ ਹਫ਼ਤੇ ਦਾ ਲਾਕਡਾਊਨ ਹੈ। ਇਸ ਦਰਮਿਆਨ ਬਾਜ਼ਾਰ ਬੰਦ ਪਏ ਨੇ ਤੇ ਵਪਾਰ ਜਗਤ ਨੂੰ ਵੱਡਾ ਨੁਕਸਾਨ ਹੋਇਆ। ਵਪਾਰ ਸੰਗਠਨ ਕਨਫੈਡਰੇਸ਼ਨ ਆਫ ਇੰਡੀਆ ਟ੍ਰੇਡਰਸ ਯਾਨੀ ਕਿ ਕੈਟ ਨੇ ਦਾਅਵਾ ਕੀਤਾ ਹੈ ਕਿ ਅਪ੍ਰੈਲ ਦੇ ਵਿੱਚ ਕੋਵਿਡ ਮਹਾਮਾਰੀ ਦੇ ਕਾਰਨ ਜਿੱਥੇ ਵੀ ਲਾਕਡਾਊਨ ਲੱਗਿਆ ਹੈ ਉਸ ਕਾਰਨ ਦੇਸ਼ ਦੇ ਵਿੱਚ ਘਰੇਲੂ ਵਪਾਰ ਨੂੰ 6 ਕਰੋੜ 25 ਲੱਖ ਰੁਪਏ ਦਾ ਨੁਕਸਾਨ ਹੋਇਆ। ਸੰਸਥਾ ਇਹ ਵੀ ਦਾਅਵਾ ਕਰਦੀ ਹੈ ਕਿ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਕੁੱਲ ਮਿਲਾ ਕੇ ਤਕਰੀਬਨ 75,000 ਕਰੋੜ ਦੇ ਮਾਲੀਆ ਨੁਕਸਾਨ ਦਾ ਅਨੁਮਾਨ ਹੈ।
ਇਹਦੇ ਵਿੱਚੋਂ ਪਰਚੂਨ ਕਾਰੋਬਾਰ ਨੂੰ 4 ਕਰੋੜ 25 ਲੱਖ ਦਾ ਨੁਕਸਾਨ ਹੋਇਆ, ਜਦਕਿ ਥੋਕ ਵਪਾਰ ਦੇ ਵਿੱਚ 2 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ। ਇਸ ਦੇ ਨਾਲ ਹੀ ਕਰੋਨਾ ਦੀ ਦੂਸਰੀ ਲਹਿਰ ਦੇ ਵਿੱਚ ਲੋਕਡਾਊਨ ਲੱਗਿਆ ਤਾਂ ਬਹੁਤ ਸਾਰੇ ਲੋਕਾਂ ਦੀਆਂ, ਲੱਖਾਂ ਲੋਕਾਂ ਦੀਆਂ ਭਾਰਤ ਦੇ ਵਿੱਚ ਨੌਕਰੀਆਂ ਚਲੀਆਂ ਗਈਆਂ ਨੇ। ਹਾਲੇ ਤਾਂ ਮੁਕੰਮਲ ਲੋਕਡਾਊਨ ਨਹੀਂ ਲੱਗਿਆ ਹੈ, ਸਿਰਫ ਅੰਸ਼ਿਕ ਲੋਕਡਾਊਨ ਲੱਗ ਰਿਹਾ ਹੈ, ਜਿੱਥੇ ਵੀ ਲੱਗ ਰਿਹਾ ਹੈ ਜਾਂ ਕਿਤੇ ਵੀਕਐਂਡ ਲੋਕਡਾਊਨ ਲੱਗ ਰਿਹਾ ਹੈ। ਇਸ ਦਰਮਿਆਨ 75 ਲੱਖ ਲੋਕਾਂ ਦੀਆਂ ਨੌਕਰੀਆਂ ਚਲੀਆਂ ਵੀ ਗਈਆਂ ਨੇ। ਇਹ ਦਾਅਵਾ ਕੀਤਾ ਹੈ ਮੋਨੀਟਰਿੰਗ ਇੰਡੀਅਨ ਆਰਥਿਕਤਾ ਸੈਂਟਰ ਨੇ ਕਿ 4 ਮਹੀਨਿਆਂ ਦੇ ਵਿੱਚ ਬੇਰੁਜ਼ਗਾਰੀ ਦੀ ਦਰ ਹੈ ਜਿਹੜੀ ਉਹ ਸਭ ਤੋਂ ਉੱਚੇ ਪੱਧਰ ਤੇ ਆਈ ਹੈ। ਦੇਸ਼ ਭਰ ਦੇ ਵਿੱਚ ਕਰੋਨਾ ਦੇ ਕੇਸ ਵੱਧ ਰਹੇ ਨੇ ਤਾਂ ਕਈ ਸੂਬਿਆਂ ਦੇ ਵਿੱਚ ਲੋਕਡਾਊਨ ਲਾਇਆ ਗਿਆ ਹੈ। ਤੇ ਇਸ ਸੰਸਥਾ ਦੇ CEO ਮਹੇਸ਼ ਵਿਆਸ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਹਾਲਾਤ ਰੁਜ਼ਗਾਰ ਦੇ ਮੋਰਚੇ ਤੇ ਚੁਣੌਤੀਪੂਰਨ ਰਹਿਣ ਦਾ ਖਦਸ਼ਾ ਹੈ। ਮਾਰਚ ਦੇ ਮੁਕਾਬਲੇ ਅਪ੍ਰੈਲ ਮਹੀਨੇ ਦੇ ਵਿੱਚ 75 ਲੱਖ ਨੌਕਰੀਆਂ ਗਵਾ ਦਿੱਤੀਆਂ ਨੇ ਲੋਕਾਂ ਨੇ। ਇਸ ਦੇ ਕਾਰਨ ਬੇਰੁਜ਼ਗਾਰੀ ਦੀ ਦਰ ਦੇ ਵਿੱਚ ਵਾਧਾ ਹੋਇਆ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਕਰਦੇ ਰਹੋ। ਧੰਨਵਾਦ।